श्री वाहिगुरु जी। गुरु नानक पद पंकज बंदन पद सिमरौ अंगद दुख निकंद अमरदास गुर हृदय त्यागो जी। श्री गुरु रामदास गुण गावो गुर अर्जन विघ्नन के नासक विघ्नन हर गोबिंद शुभ सुमत पर का श्री हर राय नमो कर जोरी नमो श्री हर कृष्ण मनाए बहोरी तेग बहादुर परम कृपाला जी परम कृपाला। श्री गुरु गोबिंद सिंह बेसाला तरोतरा पर पुन पुन सीसा जी पुन पुन सीसा। बंदा बार बार जगदीसा एकंकार सतगुरु तेह प्रसाद सच होए। वाहेगुरु जी की फतेह है विघ्न विनाशन सोए। जिसमें अमृत ज्ञान है माणक भगत वैराग गुरु ग्रंथ साहिब उधद बंदों कर अनुराग। गुरु ग्रंथ साहिब उधद बंदों कर अनुराग। सतनाम श्री वाहिगुरु साहिब जीओ। चौपाई श्री अर्जन कर जोर उचारी कहनो बने न आप अगारी। सब कट कट के अंतर जामी दुर्यो न कुछ तुम ते जग स्वामी। वाहिगुरु जी का खालसा वाहिगुरु जी की फतेह। जुग हो जुग अटल शबर शतर तख्त के मालिक दीन दुनिया के वाली हाजरा हजूर जाहरा जहूर सर्व कला भरपूर धन धन श्री गुरु ग्रंथ साहिब सच्चे पातशाह जी महाराज जी दी पावन छत्र छाया हेठ दयानिध स्वामी निम्रता परोपकार दी मूरत वैराग अर त्याग के सागर धन गुरु तेग बहादुर साहिब सच्चे पातशाह महाराज जी दे पावन पवित्र स्थान ते शरदा भाव प्रेम सहित जुड़ बैठी गुरु स्वरूप साध संगत जी। आप जी बड़ भागे हों सोढ़ी सुल्तान पातशाह श्री गुरु रामदास जी महाराज
ਆਪ ਜੀ ਕੇ ਜੀਵਨ ਦੀ ਪਾਵਨ ਪਵਿੱਤਰ ਲੜੀਵਾਰ ਕਥਾ ਸਰਵਣ ਕਰਨ ਵਾਸਤੇ ਹਾਜ਼ਰੀਆਂ ਭਰ ਰਹੇ ਹੋ। ਕੱਲ ਦੇ ਪ੍ਰਕਰਣਾਂ ਵਿੱਚ ਆਪ ਜੀ ਨੇ ਕਥਾ ਸਰਵਣ ਕੀਤੀ ਸੀ। ਲਾਹੌਰ ਦੀ ਧਰਤੀ ਤੋਂ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਾਤਸ਼ਾਹ ਨੂੰ 3 ਚਿੱਠੀਆਂ ਭੇਜੀਆਂ। ਪਹਿਲੀ ਚਿੱਠੀ ਅੰਦਰ ਆਪਣੇ ਮਨ ਦੀ ਬੇਬਲਤਾ ਨੂੰ ਵਰਣਨ ਕੀਤਾ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਕੋਲੀ ਜੀਓ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਸਿੱਖ ਦੇ ਹੱਥ ਚਿੱਠੀ ਭੇਜੀ। ਸਤਿਗੁਰਾਂ ਦੀ ਪਾਵਨ ਨਗਰੀ ਵਿੱਚ ਸਿੱਖ ਪਹੁੰਚਿਆ। ਪ੍ਰਿਥੀ ਚੰਦ ਦੀ ਨਿਗਾਹ ਪੈ ਗਈ ਵੀ ਕੋਈ ਉਪਰਾ ਸਿੱਖ ਹੈ। ਉਹਦੇ ਪਾਸੋਂ ਚਿੱਠੀ ਲੈ ਲਈ। ਜਦੋਂ ਚਿੱਠੀ ਖੋਲ ਕੇ ਪੜ੍ਹੀ ਤੇ ਸੋਚੀ ਪੈ ਗਿਆ ਵੀ ਇਹ ਤਾਂ ਪਿਤਾ ਜੀ ਵਾਂਗੂ ਬਾਣੀ ਉਚਾਰਨ ਕਰਨ ਲੱਗ ਪਿਆ। ਸਿੱਖ ਨੂੰ ਆਖਦਾ ਵੀ ਇਸ ਤਰ੍ਹਾਂ ਕਰ ਵੀ ਇੱਕ ਰਾਤ ਰੁਕ ਜਾ, ਜੋ ਵੀ ਸੁਨੇਹਾ ਮਹਾਰਾਜ ਜੀ ਦਾ ਮਿਲੇਗਾ ਉਹ ਸੁਨੇਹਾ ਤੈਨੂੰ ਮੈਂ ਦਿਆਂਗਾ। ਸਿੱਖ ਨੇ ਰਾਤ ਗੁਜ਼ਾਰੀ। ਸਵੇਰੇ ਆਪਣੇ ਕੋਲੋਂ ਹੀ ਆ ਕੇ ਸੁਨੇਹਾ ਦੇ ਦਿੱਤਾ ਵੀ ਸੁਖ ਸ਼ਾਂਤ ਦੱਸ ਦੇਣਾ, ਨਾਲੇ ਹੁਕਮ ਕਰਨਾ ਵੀ ਇੱਧਰ ਨਹੀਂ ਆਉਣਾ। ਸਿੱਖ ਲਾਹੌਰ ਪਹੁੰਚਿਆ, ਸਾਰੀ ਵਿਥਿਆ ਸੁਣਾਈ। ਮਹਾਰਾਜ ਨੇ ਫਿਰ ਕੁਝ ਸਮੇਂ ਬਾਅਦ ਦੂਜੀ ਚਿੱਠੀ ਭੇਜੀ। ਦੂਜੀ ਚਿੱਠੀ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਅਰਦਾਸਾਂ ਕਰਦੇ ਨੇ, ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਬੜਾ ਸਮਾਂ ਹੋ ਗਿਆ ਤੁਹਾਡੇ ਦਰਸ਼ਨ ਕੀਤਿਆਂ ਮਹਾਰਾਜ। ਦੂਜੀ ਚਿੱਠੀ ਲੈ ਕੇ ਸਿੱਖ ਲਾਹੌਰ ਤੋਂ ਆਇਆ ਤੇ ਉਹ ਵੀ ਪ੍ਰਿਥੀ ਚੰਦ ਦੇ ਹੱਥ ਲੱਗ ਗਈ। ਉਹਨੇ ਉਸੇ ਤਰ੍ਹਾਂ ਹੀ ਸਿੱਖ ਨੂੰ ਉੱਥੋਂ ਹੀ ਵਾਪਸ ਮੋੜ ਦਿੱਤਾ। ਫਿਰ ਤੀਜੀ ਚਿੱਠੀ ਮਹਾਰਾਜ ਨੇ ਭੇਜੀ। ਸਿੱਖ ਨੂੰ ਤਾਕੀਦ ਕੀਤੀ ਵੀ ਇਹ ਚਿੱਠੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਸੌਂਪਣੀ ਹੈ। ਸਿੱਖ ਚੱਲ ਕੇ ਗੁਰੂ ਕੀ ਨਗਰੀ ਪਹੁੰਚਿਆ। ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰਬਾਰ ਸਜਿਆ ਸੀ। ਦਰਬਾਰ ਵਿੱਚ ਆ ਕੇ ਚਿੱਠੀ ਚਰਨਾਂ ਵਿੱਚ ਰੱਖ ਦਿੱਤੀ। ਮਹਾਰਾਜ ਨੇ ਚਿੱਠੀ ਪੜ੍ਹੀ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ, ਮੋਇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ। ਆਪਣੇ ਅੰਦਰ ਦੀ ਬੇਵਲਤਾ ਨੂੰ ਬਿਆਨ ਕੀਤਾ। ਚਿੱਠੀ ਪੜ੍ਹ ਕੇ ਮਹਾਰਾਜ ਨੇ ਝੱਟ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ ਵੀ ਜਾਓ ਲਾਹੌਰ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਲੈ ਕੇ ਆਓ। ਬਾਬਾ ਬੁੱਢਾ ਜੀ ਲਾਹੌਰ ਆਏ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਲਾਹੌਰ ਤੋਂ ਵਾਪਸ ਲੈ ਕੇ ਆਏ। ਗੁਰੂ ਰਾਮਦਾਸ ਮਹਾਰਾਜ ਨੇ ਆ ਕੇ ਨਮਸਕਾਰ ਕੀਤਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨੀ ਨਮਸਕਾਰ ਕੀਤੀ। ਮਹਾਰਾਜ ਨੇ ਉਹ ਚਿੱਠੀ ਪੜ੍ਹ ਕੇ ਆਖਿਆ, ਬੇਟਾ ਚਿੱਠੀ ਤਾਂ ਇੱਕ ਭੇਜੀ ਹੈ। ਜਿਸ ਤਰ੍ਹਾਂ ਚਿੱਠੀ ਇੱਕ ਭੇਜੀ ਹੈ ਤੇ ਇਕਾਂਗ ਵੀ ਇੱਕ ਹੋਣਾ ਚਾਹੀਦਾ, ਯਾਨੀ ਏਕਾ ਹੋਣਾ ਚਾਹੀਦਾ, ਪਰ ਤੁਸੀਂ ਇੱਥੇ ਅੰਕ 3 ਪਾਇਆ। ਕਹਿੰਦੇ ਪਾਤਸ਼ਾਹ ਇਸ ਤੋਂ ਪਹਿਲਾਂ ਵੀ ਮੈਂ ਆਪ ਜੀ ਦੇ ਚਰਨਾਂ ਵਿੱਚ ਚਿੱਠੀਆਂ ਭੇਜੀਆਂ ਸਨ। ਉਹ ਜਿਹੜੀਆਂ ਚਿੱਠੀਆਂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਵਿੱਚ ਇਕਾਂਗ ਤੇ ਦੂਸਰਾ ਪਦਾ ਲਿਖਿਆ, ਉਹਦੇ ਹੇਠਾਂ 2 ਪਾਇਆ। ਇਹ ਤੀਜਾ ਪਦਾ ਜੋ ਆਪ ਜੀ ਦੇ ਚਰਨਾਂ ਵਿੱਚ ਭੇਜਿਆ। ਉਹ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਮੂਹ ਗੁਰ ਸਿੱਖ ਸੰਗਤਾਂ ਪ੍ਰੇਮ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਜਪੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸ਼੍ਰੀ ਅਰਜਨ ਕਰ ਜੋਰ ਉਚਾਰੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਵਾਲ ਕੀਤਾ, ਬੇਟਾ
चिट्ठी पहली है, पहला पता लिख के भेजिया है, पर हेठां एकांग होना चाहिए, पर तुसी इत्थे अंक 3 पाया है। ये बचन सुन के गुरु अर्जन देव जी महाराज ने दोने हाथ जोड़ के अरदास कीती है। कैनो बने न आप अगारी। गरीब नवाज जी आप जी दे सन्मुख कुछ कहना नहीं बनता। सब कट कट के अंतर जामी। आप जी तां घट घट के अंतरजामी हो, हर किसे दे हिरदे नूं जानन वाली हो। महाराज जी तुहाडे तो कुछ भी लुकिया छपिया नहीं है। दुर्यो न कुछ तुम ते जग स्वामी। आप सारे जगत दे स्वामी हो, सबना दे हिरदे दी जानदे हो। तो आप की आयस पाए। फिर भी आप जी दी आज्ञा, आप जी दा हुक्म प्राप्त करके कैबो बने होए जिस पाए। महाराज जी जिस तरह ये सारा बिरतांत है आप जी दे सन्मुख कहना बनता है। जिवें आप जी ने आज्ञा कीती, आप जी दे हुक्मां अनुसार मैं बेनती करदा हां। दोए पत्रिका पठी अगारी। पातशाह इस तो पहला भी मैं 2 चिट्ठियां आप जी दे चरणां विच भेजियां हन। भई शब्द पद गिरा उचारी। महाराज जी इस तो पहला भी 2 पद शब्द दे उचारण कीते ने। पहली चिट्ठी मैं आप जी दे चरणां विच भेजी, फिर दूजी चिट्ठी आप जी दे चरणां विच भेजी है। तृती पठी एओ रावर पास। ते जेड़ी तीजी चिट्ठी मैं भेजी सी हुण ओह आप जी दे पास है। बनियो शब्द पद विच अरदास। अरदास दे रूप दे विच महाराज जी ये पदा मैं उचारण कीता है। अंक 3 को या ते लिखियो। इस करके महाराज जी इस पदे हेठा मैं 3 अंक लिखिया है। जो बूझियो रावर ने पिखियो। जो कुछ पातशाह जी आप जी ने पुछया सी ਉਹ ਕੁਝ ਆਪ ਜੀ ਨੂੰ ਮੈਂ ਬੇਨਤੀ ਦੇ ਰੂਪ ਵਿੱਚ ਦੱਸ ਦਿੱਤਾ ਤੇ ਚਿੱਠੀ ਵਿੱਚ ਮਹਾਰਾਜ ਜਿਹੜਾ 3 ਅੰਕ ਲਿਖਿਆ ਹੋਇਆ ਹੈ ਇਹਦਾ ਕਾਰਨ ਹੀ ਇਹ ਹੈ ਵੀ ਇਸ ਤੋਂ ਪਹਿਲਾਂ ਵੀ ਮੈਂ 2 ਪਦੇ ਬੇਨਤੀ ਦੇ ਰੂਪ ਵਿੱਚ ਆਪ ਜੀ ਦੇ ਕੋਲ ਭੇਜੇ ਹਨ। ਸੁਨ ਗੁਰ ਕਹਿਓ ਨਾ ਮੋਇ ਟਿਗਿਆਈ। ਇਹ ਬਚਨ ਸੁਣ ਕੇ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਬੇਟਾ ਸਾਡੇ ਕੋਲੋਂ ਪਹਿਲੀਆਂ 2 ਚਿੱਠੀਆਂ ਨਹੀਂ ਆਈਆਂ। ਲਿਖ ਤੁਮਨੇ ਕਿਸ ਹੱਥ ਪਠਾਈ। ਤੁਸਾਂ ਚਿੱਠੀਆਂ ਲਿਖ ਕੇ ਕਿਹਦੇ ਹੱਥ ਭੇਜੀਆਂ ਹਨ। ਲੋਕੇ ਨੇ ਕਹਿ ਧਰੀ ਛਪਾਈ। ਉਹ ਜਿਹੜੀ ਚਿੱਠੀ ਕਿਸੇ ਨੇ ਲੈ ਕੇ ਕੀ ਆਪਣੇ ਕੋਲ ਛਪਾ ਕੇ ਰੱਖ ਲਈ ਹੈ। ਕਹਿ ਮਾਰਗ ਗਿਰ ਪਰੀ ਨ ਪਾਈ। ਤੇ ਜਾਂ ਫਿਰ ਜਿਹੜਾ ਸਿੱਖ ਚਿੱਠੀ ਲੈ ਕੇ ਆਇਆ ਰਸਤੇ ਵਿੱਚ ਉਹਦੇ ਪਾਸੋਂ ਚਿੱਠੀ ਡਿੱਗ ਗਈ ਹੈ, ਉਹਨੂੰ ਲੱਭਿਆ ਪ੍ਰਾਪਤ ਨਹੀਂ ਹੋਈ। ਜੋ ਸਿੱਖ ਲਿਆਇਓ ਬੈਠਿਓ ਪਾਸ। ਜਿਹੜਾ ਸਿੱਖ ਲਾਹੌਰੋਂ ਚਿੱਠੀ ਲੈ ਕੇ ਆਇਆ ਸੀ ਉੱਥੇ ਹੀ ਦਰਬਾਰ ਵਿੱਚ ਮਹਾਰਾਜ ਜੀ ਦੇ ਪਾਸ ਬੈਠਾ ਹੈ। ਕਹਿਓ ਸੋ ਮੈਂ ਆਨੀ ਅਰਦਾਸ। ਉਸ ਸਿੱਖ ਨੇ ਹੱਥ ਜੋੜ ਕੇ ਅਰਦਾਸ ਕੀਤੀ, ਪਾਤਸ਼ਾਹ मैं आप चिट्ठियां लेके इत्थे आया सी। पुत्र आपको जेष्ठ लेकर। आप जी दे वड्डे पुत्र बाबा प्रिथी चंद ने साडे पासों चिट्ठियां ले लईयां। मुझ तज वैर प्रवेशित पाकर। मैनू बाहर छड़ के ते चिट्ठियां लैके ओ घर दे विच प्रवेश कर गया। बौर आए कर तिनो कै दीन। ते मुड़ के घरों बाहर आके मैनू ये आग्या कीती है, मैनू ये बचन कह दिते ਹਨ। श्री सतगुर ने बाचन कीन। ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਚਿੱਠੀਆਂ ਪੜ੍ਹ ਲਈਆਂ ਹਨ। ਸੁਖ ਆਨੰਦ ਕੀ ਸੁਧ ਕਹਿ ਦੀਜੇ। ਸਤਿਗੁਰਾਂ ਦਾ ਇਹ ਬਚਨ ਹੈ ਵੀ ਤੁਸੀਂ ਲਾਹੌਰ ਜਾ ਕੇ ਇਥੋਂ ਦਾ ਸੁਖ ਆਨੰਦ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿ ਦੇਣਾ ਹੈ। ਤੂੰ ਲਵਪੁਰੀ ਪਿਆਨੋ ਕੀਜੇ। ਆਪ ਜੀ ਦੇ ਪੁੱਤਰ ਨੇ ਨਾਲ ਹੀ ਮੈਨੂੰ ਆਗਿਆ ਕਰ ਦਿੱਤੀ, ਸਿੱਖਾ ਤੂੰ ਹੁਣੇ ਲਾਹੌਰ ਨੂੰ ਵਾਪਸ ਚਲਾ ਜਾ। ਤੁਮਰੋ ਦਰਸ਼ਨ ਹੋਣ ਨ ਦਇਓ। ਮਹਾਰਾਜ ਜੀ ਇਥੋਂ ਤਾਈਂ ਕਿ ਬਾਬਾ ਪ੍ਰਿਥੀ ਚੰਦ ਨੇ ਮੈਨੂੰ ਤੁਹਾਡੇ ਦਰਸ਼ਨ ਤੱਕ ਨਹੀਂ ਕਰਨ ਦਿੱਤੇ। ਬਿਨਾ ਮਿਲੇ ਮੁਝ ਰੁਖਸਦ ਕਹਿਓ। ਆਪ ਜੀ ਨੂੰ ਮਿਲੇ ਬਿਨਾਂ ਹੀ ਮਹਾਰਾਜ ਇਥੋਂ ਮੈਨੂੰ ਰੁਖਸਤ ਕਰ ਦਿੱਤਾ, ਵਿਦਾ ਕਰ ਦਿੱਤਾ ਹੈ। ਪਰ ਨਾ ਸੁਧ ਮੋਕੋ ਕਿਮ ਪਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮੈਨੂੰ ਫਿਰ ਕਿਸੇ ਤਰ੍ਹਾਂ ਦੀ ਕੋਈ ਖਬਰ ਪ੍ਰਾਪਤ ਨਹੀਂ ਹੋਈ। ਆਪ ਟਿਗ
ਕੈ ਨਹੀਂ ਦਈ। ਬਾਬੇ ਪ੍ਰਿਥੀ ਚੰਦ ਨੇ ਉਹ ਚਿੱਠੀਆਂ ਤੁਹਾਨੂੰ ਦਿੱਤੀਆਂ ਨੇ ਜਾਂ ਨਹੀਂ ਦਿੱਤੀਆਂ, ਇਸ ਗੱਲ ਦੀ ਮੈਨੂੰ ਕੋਈ ਖਬਰ ਨਹੀਂ ਹੈ। ਪ੍ਰਿਥੀਏ ਕੀ ਇਮ ਸੁਨੀ ਖੁਟਾਈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਪ੍ਰਿਥੀ ਚੰਦ ਦੀ ਖੋਟੀ ਕੁਚਾਲ ਇਹੋ ਜੀ ਬਿਰਤੀ ਅੰਦਰ ਦੀ, ਕਿਉਂਕਿ ਜਿਹੋ ਜੀ ਖੋਟੀ ਬਿਰਤੀ ਹੁੰਦੀ ਹੈ ਉਹੋ ਜੇ ਕਰਮ ਵੀ ਹੁੰਦੇ ਨੇ। ਉਹਦੀ ਖੋਟੀ ਬਿਰਤੀ ਨੂੰ ਜਾਣ ਕੇ, ਅੰਦਰ ਦੀ ਖੋਟੀ ਭਾਵਨਾ ਨੂੰ ਜਾਣ ਕੇ ਕੂਰੋ ਕਰਿਓ ਚੈਤ ਗੋਸਾਈ। ਮਹਾਰਾਜ ਸੱਚੇ ਪਾਤਸ਼ਾਹ ਸਭਨਾਂ ਦੇ ਵਿੱਚ ਉਹਦੇ ਅੰਦਰ ਦੀ ਭਾਵਨਾ ਨੂੰ ਪ੍ਰਗਟ ਕਰਨਾ ਚਾਹੁੰਦੇ ਹਨ। ਸਭਾ ਵਿਖੇ ਬੋਲੇ ਸੋ ਕਹਾ। ਸਭਾ ਵਿੱਚ ਉਹਨੂੰ ਮਹਾਰਾਜ ਹੁਣ ਝੂਠਾ ਕਰਨਾ ਚਾਹੁੰਦੇ ਨੇ। ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਭਰੀ ਸਭਾ ਦੇ ਵਿੱਚ ਹੁਕਮ ਕੀਤਾ ਹੈ, ਜਾਏ ਹਕਾਰੋ ਭੋ ਸਿੱਖ ਤਹਾ। ਮਹਾਰਾਜ ਜੀ ਕਹਿੰਦੇ ਭਾਈ ਗੁਰੂ ਕਾ ਕੋਈ ਸਿੱਖ ਜਾ ਕੇ ਪ੍ਰਿਥੀ ਚੰਦ ਨੂੰ ਬੁਲਾ ਕੇ ਲਿਆਵੋ। ਕਿਨੋ ਕਹਿਓ ਕਾਮ ਤੇ ਅੰਗ। ਕਿਸੇ ਗੁਰੂ ਕੇ ਸਿੱਖ ਨੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ, ਕਰਤ ਇਸ਼ਨਾਨ ਕੂਪ ਜਲ ਸੰਗ। ਕਹਿਣ ਲੱਗੇ ਪਾਤਸ਼ਾਹ ਜੀ ਗਰਮੀ ਬੜੀ ਪੈਂਦੀ ਹੈ, ਇਸ ਵਾਸਤੇ ਪ੍ਰਿਥੀ ਚੰਦ ਖੂਹ ਤੇ ਇਸ਼ਨਾਨ ਕਰਦਾ ਹੈ। ਜਾਓ ਤਾਂ ਤੇ ਲਿਆਓ ਹਕਾਰੇ। ਮਹਾਰਾਜ ਜੀ ਕਹਿੰਦੇ ਜਾਓ, ਫਿਰ ਉੱਥੇ ਚਲੇ ਜਾਓ, ਉੱਥੋਂ ਜਾ ਕੇ ਪ੍ਰਿਥੀ ਚੰਦ ਦੇ ਪਾਸੋਂ ਚਿੱਠੀਆਂ ਲੈ ਆਵੋ। ਸ਼੍ਰੀ ਗੁਰ ਕਹਿਓ ਬਿਲੰਬ ਨ ਧਾਰੇ। ਮਹਾਰਾਜ ਜੀ ਕਹਿੰਦੇ ਜੇ ਪ੍ਰਿਥੀ ਚੰਦ ਇਸ਼ਨਾਨ ਕਰਦਾ ਉੱਥੋਂ ਨੂੰ ਬੁਲਾ ਕੇ ਲਿਆਓ, ਦੇਰੀ ਨਾ ਲਾਇਓ। ਇਸ ਪਾਏ ਸਿੱਖ ਤਬ ਗਇਓ। ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਗੁਰੂ ਕਾ ਸਿੱਖ ਗਿਆ ਹੈ। ਮੱਜਨ ਕਰਤ ਨਿਹਾਰਤ ਭਇਓ। ਜਾ ਕੇ ਵੇਖਿਆ ਪ੍ਰਿਥੀ ਚੰਦ ਖੂਹ ਦੇ ਜਲ ਦੇ ਨਾਲ ਇਸ਼ਨਾਨ ਕਰ ਰਿਹਾ ਹੈ। ਸੇਵਕ ਕਿਤਕ ਸੰਗੇ ਹਰ ਖਾਏ। ਇੱਕ ਸਿੱਖ ਉਹਦੇ ਨਾਲ ਨੇ, ਬੜੇ ਖੁਸ਼ ਪ੍ਰਸੰਨ ਹਨ। ਸੇਵਾ ਕਰਤ ਨੀਰ ਬੋ ਪਾਏ। ਉਹਦੇ ਵਿੱਚੋਂ ਜਲ ਕੱਢ ਕੱਢ ਕੇ ਪ੍ਰਿਥੀ ਚੰਦ ਦੀ ਬੜੀ ਸੇਵਾ ਕਰ ਰਹੇ ਨੇ, ਇਸ਼ਨਾਨ ਕਰਾ ਰਹੇ ਹਨ। ਕੋ ਸ਼ਰੀਰ ਕੋ ਮਰਦਨ ਕਰੇ। ਕੋਈ ਪ੍ਰਿਥੀ ਚੰਦ ਦੇ ਸਰੀਰ ਨੂੰ ਮਲ ਰਿਹਾ, ਮਲ ਮਲ ਕੇ ਮੈਲ ਉਤਾਰ ਰਿਹਾ ਹੈ। ਕੋ ਟਿਗ ਖਰੋ ਵਸਤਰ ਕਰ ਤਰੇ। ਤੇ ਕੋਈ ਕੋਲ ਖਲੋਤਾ ਹੋਇਆ, ਉਹਨੇ ਆਪਣੇ ਹੱਥ ਵਿੱਚ ਪ੍ਰਿਥੀਏ ਦੇ ਵਸਤਰ ਕੱਪੜੇ ਆਦਿਕ ਫੜੇ ਹੋਏ ਹਨ। ਪਨਈ ਪਹੁੰਚ ਤਰਤ ਕੋ ਆਗੇ। ਕੋਈ ਉਹਦਾ ਸੇਵਕ ਉਹਦੀ ਜੁੱਤੀ ਸਾਫ਼ ਕਰਕੇ ਉਹਦੇ ਸਾਹਮਣੇ ਰੱਖ ਰਿਹਾ ਹੈ। ਕੋ ਬੋਲਤ ਬਾਕਨ ਅਨੁਰਾਗੇ। ਕੋਈ ਬੜੇ ਪ੍ਰੇਮ ਦੇ ਵਿੱਚ ਆ ਕੇ ਮਿੱਠੇ ਮਿੱਠੇ ਪ੍ਰੇਮ ਵਾਲੇ ਬੋਲ ਬੋਲ ਕੇ ਪ੍ਰਿਥੀ ਚੰਦ ਨੂੰ ਰਝਾ ਰਿਹਾ, ਖੁਸ਼ ਕਰ ਰਿਹਾ ਹੈ। ਸਨਮਾਨਿਤ ਚੋਂ ਦਿਸ਼ ਨਰ ਖਰੇ। ਇਸ ਤਰ੍ਹਾਂ ਚਾਰ ਚਫੇਰੇ ਜਿੰਨੇ ਵੀ ਲੋਕ ਖਲੋਤੇ ਨੇ ਸਾਰੇ ਪ੍ਰਿਥੀ ਚੰਦ ਦਾ ਸਨਮਾਨ ਕਰ ਰਹੇ ਹਨ। ਜਲ ਸੋ ਕੇਲ ਅਨਿਕ ਬਿਦ ਕਰੇ। ਇਸ ਤਰ੍ਹਾਂ ਪ੍ਰਿਥੀ ਚੰਦ ਖੂਹ ਦੇ ਜਲ ਦੇ ਨਾਲ ਅਨੇਕਾਂ ਪ੍ਰਕਾਰਾਂ ਦੇ ਕੇਲ ਕਰਦਾ, ਇਸ਼ਨਾਨ ਕਰ ਕਰਕੇ ਬੜਾ ਆਨੰਦ ਮਾਣਦਾ ਹੈ। ਗਰਮੀ ਲਾਗ ਤੇ ਅਧਿਕ ਚੁਮਾਸੇ। ਸਾਧ ਸੰਗਤ ਚੁਮਾਸੇ ਦੇ ਵਿੱਚ ਬਹੁਤੀ ਘਣੀ ਗਰਮੀ ਲੱਗਦੀ ਹੈ। ਜਾਂ ਤੇ ਮਸਜਿਦ ਨੀਰ ਬਿਲਾਸੇ। ਇਸ ਕਰਕੇ ਠੰਡੇ ਜਲ ਦੇ ਨਾਲ ਬਾਰੰਬਾਰ ਇਸ਼ਨਾਨ ਕਰਦਾ ਹੈ। ਖੂਹ ਦੇ ਵਿੱਚ ਉਹ ਸੇਵਕ ਜਲ ਕੱਢਦੇ, ਬਾਲਟੀਆਂ ਭਰ ਭਰ ਇਹਦੇ ਸਰੀਰ ਉੱਪਰ ਪਾਈ ਜਾਂਦੇ ਹਨ। ਏਰ ਸਿੱਖ ਕਰ ਜੋਰ ਉਚਾਰਾ। ਇਸ ਤਰ੍ਹਾਂ ਪ੍ਰਿਥੀ ਚੰਦ ਨੂੰ ਵੇਖ ਕੇ ਸਿੱਖ ਨੇ ਦੋਨੇ ਹੱਥ ਜੋੜ ਬੇਨਤੀ ਕੀਤੀ ਹੈ, ਸ਼੍ਰੀ ਸਤਿਗੁਰ ਜੀ ਤੁਮੇ ਹਕਾਰਾ। ਬਾਬਾ ਜੀ ਤੁਹਾਨੂੰ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਹੁਣੇ ਆਪਣੇ ਦਰਬਾਰ ਵਿੱਚ ਸੱਦਿਆ ਹੈ। ਬਿਨਾ ਬਿਲੰਬ ਆਪ ਚੱਲ ਜਾਵੋ। ਸਤਿਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਬਿਨਾਂ ਦੇਰੀ ਤੋਂ ਆਪ ਗੁਰੂ ਕੇ ਦਰਬਾਰ ਵਿਖੇ ਚਲੇ ਜਾਵੋ। ਸਭਾ ਵਿਖੇ ਸਭ ਕੋ ਦਰਸਾਵੋ। ਸਭਾ ਵਿੱਚ ਜਾ ਕੇ ਸਾਰੀ ਸੰਗਤ ਦੇ ਦਰਸ਼ਨ ਕਰਨਾ ਕਰੋ। ਸੁਨ ਤਬ ਵਸਤਰ ਪੈਰ ਕਰ ਲੀਨ। ਇਹ ਬਚਨ ਸੁਣ ਕੇ ਪ੍ਰਿਥੀ ਚੰਦ ਨੇ ਤਨ ਦੇ ਉੱਪਰ ਸਰੀਰ ਤੇ ਵਸਤਰ ਪਾ ਲਏ। ਚਲਿਓ ਚੌਂਪ ਕਰ ਕਪਟ ਪ੍ਰਬੀਨ। ਆਪਣੇ ਅੰਦਰ ਬੜਾ ਉਤਸ਼ਾਹ ਧਾਰਨ ਕਰਕੇ ਪ੍ਰਿਥੀ ਚੰਦ ਚੱਲ ਪਿਆ, ਜਿਹਦਾ ਮਨ ਕਪਟ ਦੇ ਨਾਲ ਅੰਦਰੋਂ ਭਰਿਆ ਹੋਇਆ ਹੈ। ਆਵਤ ਦਾਸ ਸੰਗ ਸਮੁਦਾਇਆ। ਜਦੋਂ ਦਰਬਾਰ ਵਿੱਚ ਆ ਰਿਹਾ ਸੀ, ਬਹੁਤ ਸਾਰੇ ਚੇਲੇ ਆਦਿਕ ਪ੍ਰਿਥੀ ਚੰਦ ਦੇ ਨਾਲ ਚੱਲਦੇ ਹਨ। ਬਿਗਸਤ ਬੋਲ ਤੋਰ ਹਰ ਖਾਇਆ। ਇਸ ਤਰ੍ਹਾਂ ਸਾਰਿਆਂ ਦੇ ਨਾਲ ਬਚਨ ਬਿਲਾਸ ਕਰਦਾ, ਬੜਾ ਪ੍ਰਸੰਨ ਹੁੰਦਾ, ਖੁਸ਼ ਹੁੰਦਾ ਹੈ। ਦੋਹਰਾ ਸ਼੍ਰੀ ਅਰਜਨ ਸਨਮਾਨ ਜੁਤ
ਅਤ ਸਮੀਪ ਤਪਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਸਨਮਾਨ ਦੇ ਸਹਿਤ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਿਲਕੁਲ ਨਜ਼ਦੀਕ ਬੈਠੇ ਹੋਏ ਹਨ। ਬੈਠੇ ਸ਼ੋਭਤ ਪਿਤਾ ਸੋ ਗਿਆਨ ਆਨੰਦ ਕੇ ਪਾਏ। ਆਪਣੇ ਪਿਤਾ ਜੀ ਦੇ ਪਾਸ ਬੈਠਿਆਂ ਇਦਾਂ ਸ਼ੋਭਦੇ ਨੇ ਜਿਵੇਂ ਗਿਆਨ ਦੇ ਨੇੜੇ ਆਨੰਦ ਸ਼ੋਭਦਾ, ਕਿਉਂਕਿ ਗਿਆਨ ਵਿੱਚੋਂ ਹੀ ਆਨੰਦ ਦੀ ਪ੍ਰਾਪਤੀ ਹੈ। ਜਦੋਂ ਬ੍ਰਹਮ ਦਾ ਗਿਆਨ ਪ੍ਰਾਪਤ ਹੋ ਜਾਏ, ਬ੍ਰਹਮ ਸਰੂਪ ਹੋ ਜਾਈਏ, ਬਿਰਥੀ ਬ੍ਰਹਮਾਕਾਰ ਹੋ ਜਾਵੇ, ਉਥੇ ਕੇਵਲ ਆਨੰਦ ਹੀ ਆਨੰਦ ਹੈ। ਕਿਉਂਕਿ ਸੁਰਤ ਉਸ ਘਰ ਦੇ ਵਿੱਚ ਜਾ ਪਹੁੰਚਦੀ ਹੈ ਜਿਹਨੂੰ ਭਗਤ ਜੀ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ। ਜਿਸ ਸ਼ਹਿਰ ਦਾ ਨਾਮ ਬੇਗਮ ਹੈ, ਜਿੱਥੇ ਕੋਈ ਸੋਗ ਨਹੀਂ, ਜਿੱਥੇ ਹਰਖ ਵੀ ਨਹੀਂ, ਉਥੇ ਕੇਵਲ ਆਨੰਦ ਹੀ ਆਨੰਦ ਹੈ ਉਸ ਘਰ ਦੇ ਵਿੱਚ। ਜਦੋਂ ਆਪਣੇ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਏ, ਬ੍ਰਹਮ ਦਾ ਗਿਆਨ ਪ੍ਰਾਪਤ ਹੋ ਜਾਏ, ਉਦੋਂ ਆਨੰਦ ਦੀ ਖੇਡ ਬਣਦੀ ਹੈ। ਤੋ ਗਿਆਨ ਦੇ ਪਾਸ ਹੀ ਆਨੰਦ ਹੈ, ਬਿਨਾਂ ਗਿਆਨ ਤੋਂ ਆਨੰਦ ਦੀ ਪ੍ਰਾਪਤੀ ਨਹੀਂ। ਜਿਹਨੂੰ ਗਿਆਨ ਪ੍ਰਾਪਤ ਹੁੰਦਾ ਉਸੇ ਨੂੰ ਹੀ ਆਨੰਦ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਜਿਵੇਂ ਗਿਆਨ ਦੇ ਕੋਲ ਆਨੰਦ ਹੋਵੇ। ਇੱਕ ਹੋਰ ਉਦਾਹਰਣ ਹੈ, ਗੁਰੂ ਹੈ ਹੀ ਗਿਆਨ ਸਰੂਪ। ਗਿਆਨ ਗੁਰੂ ਆਤਮ ਉਪਦੇਸ਼ ਹੋ। ਗੁਰੂ ਕਲਗੀਧਰ ਜੀ ਕਹਿੰਦੇ ਗਿਆਨ ਗੁਰੂ ਮਨ ਨੂੰ ਉਪਦੇਸ਼ ਦੇਣਾ ਹੈ। ਤੋ ਗਿਆਨ ਗੁਰੂ ਹੈ, ਗੁਰੂ ਹੀ ਗਿਆਨ ਰੂਪ ਹੈ। ਔਰ ਉਹਨਾਂ ਦੇ ਪਾਸ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਿਰਾਜੇ ਨੇ ਉਹ ਆਨੰਦਦਾਈ ਰੂਪ ਨੇ। ਤੇ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਜਾਏ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਿਹਨੂੰ ਆਨੰਦ ਮਿਲਦਾ? ਜਿਨ੍ਹਾਂ ਨੂੰ ਪੂਰੇ ਸਤਿਗੁਰਾਂ ਦੀ ਪ੍ਰਾਪਤੀ ਹੋ ਜਾਏ। ਤੋ ਗਿਆਨ ਸਰੂਪ ਗੁਰੂ ਨੇ ਆਨੰਦ ਜਿਹੜਾ ਹੈ ਉਹਨਾਂ ਦੇ ਮਿਲਾਪ ਦੇ ਵਿੱਚੋਂ ਸਿੱਖ ਨੂੰ ਪ੍ਰਾਪਤ ਹੁੰਦਾ ਹੈ। ਤੋ ਇਸ ਤਰ੍ਹਾਂ ਕਹਿ ਲਈਏ ਜਿਹਨੇ ਆਨੰਦ ਲੈਣਾ ਹੈ ਉਹਨੂੰ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਆਪਣੀ ਮਤ ਤਿਆਗ ਕੇ ਸਤਿਗੁਰਾਂ ਦੇ ਚਰਨਾਂ ਵਿੱਚੋਂ ਗਿਆਨ ਦੀ ਜਾਚਨਾ ਕਰਨੀ ਚਾਹੀਦੀ ਹੈ। ਮਹਾਰਾਜ ਕਿਰਪਾ ਕਰੋ, ਸਾਨੂੰ ਆਪਣੇ ਨਿਜ ਸਰੂਪ ਦਾ ਗਿਆਨ ਬਖਸ਼ੋ। ਤੇ ਫਿਰ ਜਦੋਂ ਸਿੱਖ ਨੂੰ ਨਿਜ ਸਰੂਪ ਦਾ ਗਿਆਨ ਬਖਸ਼ਦੇ ਨੇ, ਫਿਰ ਸਿੱਖ ਕਹਿੰਦਾ ਪਰਮੇਸ਼ਰ ਵਿੱਚ ਤੇ ਗੁਰੂ ਵਿੱਚ ਕੋਈ ਭੇਦ, ਕੋਈ ਅੰਤਰ ਹੀ ਨਹੀਂ। ਗੁਰੂ ਆਪ ਹੀ ਬ੍ਰਹਮ ਸਰੂਪ ਹੈ, ਫਿਰ ਗੁਰੂ ਬ੍ਰਹਮ ਸਰੂਪ ਦਿਖਾਈ ਦਿੰਦਾ ਹੈ। ਤੋ ਕਈ ਇਹਦੇ ਭਾਵ ਅਰਥ ਨੇ, ਜੈਸੇ ਗਿਆਨ ਦੇ ਪਾਸ ਆਨੰਦ ਹੈ, ਗੁਰੂ ਦੇ ਮਿਲਾਪ ਵਿੱਚ ਆਨੰਦ ਹੈ, ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਬੈਠੇ ਨੇ। ਗਿਆਨ ਨਾਲ ਆਨੰਦ ਸ਼ੋਭਦਾ ਹੈ। ਇਸੇ ਤਰ੍ਹਾਂ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ੋਭਦੇ ਹਨ। ਜੋ ਪਈ ਪ੍ਰਿਥਿਆ ਦੁਖ ਦੂਰ ਤੇ ਜਰਿਓ। ਗੁਰੂ ਅਰਜਨ ਦੇਵ ਮਹਾਰਾਜ ਨੂੰ ਪਾਤਸ਼ਾਹ ਜੀ ਦੇ ਕੋਲ ਬੈਠਿਆਂ ਵੇਖ ਕੇ ਪ੍ਰਿਥੀ ਚੰਦ ਦਾ ਮਨ ਸੜ ਬਲ ਗਿਆ ਹੈ। ਇਤੋਂ ਨਿਕਟ ਥਿਤ ਹੋਏ ਕਰ ਥਿਰਿਓ। ਮਨ ਵਿੱਚ ਸੋਚਣ ਲੱਗਾ ਵੀ ਮੇਰਾ ਭਰਾ ਪਿਤਾ ਜੀ ਦੇ ਇੰਨੇ ਨੇੜੇ ਹੋ ਕਰਕੇ ਬੈਠਾ ਹੈ, ਪਿਤਾ ਗੁਰੂ ਕੋ ਅਦਬ ਨ ਰਾਖਿਓ। ਮੇਰੇ ਭਰਾ ਨੇ ਆਪਣੇ ਪਿਤਾ ਗੁਰੂ ਦਾ ਅਦਬ ਸਤਕਾਰ ਨਹੀਂ ਰੱਖਿਆ। ਬੈਠਿਓ ਜਨ ਸਮਤਾ ਅਬਿਲਾਖਿਓ। ਇਸ ਤਰ੍ਹਾਂ ਪਿਤਾ ਜੀ ਦੇ ਕੋਲ ਬੈਠਾ ਮਾਨੋ ਜਿਵੇਂ ਪਿਤਾ ਜੀ ਦੀ ਬਰਾਬਰੀ ਕਰਨਾ ਚਾਹੁੰਦਾ, ਪਰ ਇਹ ਨਹੀਂ ਪਤਾ ਵੀ ਕਰਮ ਹੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਤਾਂ ਆਪਣੇ ਆਪਣੇ ਕਰਮ ਨੇ। ਕਿਸੇ ਦੀ ਕਮਾਈ ਸੁੱਚੀ ਤੇ ਸੱਚੀ ਹੈ, ਕਿਸੇ ਦੇ ਕਰਮ ਮੰਦੇ ਨੇ। ਮੰਦੇ ਕਰਮ ਵਾਲਾ ਦੂਰ ਰਹਿੰਦਾ ਪ੍ਰਿਥੀ ਚੰਦ ਵਾਂਗੂ, ਤੇ ਜਿਹਦੇ ਕਰਮ ਸ਼ੁਭ ਨੇ ਫਿਰ ਕਰਮ ਦਾ ਅਰਥ ਬਖਸ਼ਿਸ਼ ਵੀ ਹੈ ਨਾ। ਸੰਸਕ੍ਰਿਤ ਵਿੱਚ ਅਰਥ ਕਰੋ ਤੇ ਕਰਮ ਕਰਤੱਵ ਸਾਡਾ, ਜਿਹੜੇ ਕਰਮ ਆਪਾਂ ਕਰਦੇ ਆ। ਫਾਰਸੀ ਵਿੱਚ ਕਰਮ ਦਾ ਅਰਥ ਜਿਹੜਾ ਬਖਸ਼ਿਸ਼ ਬਣਦਾ। ਜਿਹਦੇ ਉੱਪਰ ਬਖਸ਼ਿਸ਼ ਹੈ ਫਿਰ ਉਹਦੀ ਬਖਸ਼ਿਸ਼ ਦੇ ਨਾਲ ਉਹ ਮਾਲਕ ਦੇ ਨੇੜੇ ਹੈ, ਤੇ ਜਿਹਦੇ ਮਾੜੇ ਭਾਗ ਨੇ, ਮਾੜੇ ਕਰਮ ਨੇ, ਉਹ ਫਿਰ ਮਾਲਕ ਦੀ ਬਖਸ਼ਿਸ਼ ਤੋਂ ਵਾਂਝਾ, ਮਾਲਕ ਤੋਂ ਦੂਰ ਰਹਿੰਦਾ ਹੈ। ਪ੍ਰਿਥੀ ਚੰਦ ਨਹੀਂ ਜਾਣਦਾ ਵੀ ਉਹਦੇ ਅੰਦਰ ਦੀ ਖੋਟ ਗੁਰੂ ਨੂੰ ਭਾਂਦੀ ਨਹੀਂ, ਇਸ ਵਾਸਤੇ ਮਹਾਰਾਜ ਉਹਨੂੰ ਨੇੜੇ ਨਹੀਂ ਲਾਉਂਦੇ। ਤੇ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਰਹਿਮਤਾਂ ਨੇ ਪਾਤਸ਼ਾਹ ਜੀ ਦੀਆਂ, ਉਹਨਾਂ ਨੇ ਗੁਰੂ ਦੀਆਂ ਰਹਿਮਤਾਂ ਦੇ ਆਪਣੇ ਆਪ ਨੂੰ ਪਾਤਰ ਬਣਾ ਲਿਆ, ਯੋਗ ਬਣਾ ਲਿਆ, ਲਾਇਕ ਬਣਾ ਲਿਆ।
ਤੇ ਫਿਰ ਉਸ ਬਖਸ਼ਿਸ਼ ਦੇ ਲਾਇਕ ਬਣ ਕੇ ਉਹ ਗੁਰੂ ਦੇ ਕੋਲ ਸ਼ੋਭਦੇ ਨੇ। ਪ੍ਰਿਥੀ ਚੰਦ ਮਨ ਵਿੱਚ ਸੋਚਣ ਲੱਗਾ ਵੀ ਇਸ ਤਰ੍ਹਾਂ ਕੋਲ ਬੈਠਾ ਹੈ, ਮੰਨ ਲਓ ਕਿ ਜਿਵੇਂ ਪਿਤਾ ਜੀ ਦੀ ਬਰਾਬਰੀ ਕਰਨ ਦਾ ਚਾਹਵਾਨ ਹੋਵੇ। ਇਮ ਟਿਗ ਹੋਏ ਲੋਕਨ ਦਿਖਰਾਵੇ, ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਕੋਲ ਹੋ ਕਰਕੇ ਲੋਕਾਂ ਨੂੰ ਵਿਖਾਉਂਦਾ ਹੈ। ਸਿੱਖਨ ਮੈਂ ਨਿਜ ਮਾਨ ਵਧਾਵੇ, ਸਿੱਖਾਂ ਦੇ ਕੋਲ ਆਪਣਾ ਮਾਣ ਸਤਿਕਾਰ ਵਧਾਉਂਦਾ ਹੈ। ਜਰਤ ਆਏ ਪਿਤ ਕੋ ਕਰ ਨਮੋ, ਸੜਦਾ ਬਲਦਾ ਪ੍ਰਿਥੀ ਚੰਦ ਗੁਰੂ ਸਾਹਿਬ ਜੀ ਦੇ ਕੋਲ ਆਇਆ ਤੇ ਨਮਸਕਾਰ ਕੀਤੀ ਹੈ। ਬੈਠਿਓ ਕਿਤਕ ਦੂਰ ਤੈ ਸਮੋ, ਉਸ ਵਕਤ ਕੁਝ ਕੁ ਦੂਰ ਹੋ ਕੇ ਮਹਾਰਾਜ ਜੀ ਤੋਂ ਬਹਿ ਗਿਆ ਹੈ। ਸ਼੍ਰੀ ਅਰਜਨ ਲਖ ਕਰ ਵੱਡ ਭਰਾਤ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਾਣਿਆ ਵੀ ਸਾਡਾ ਵੱਡਾ ਭਰਾ ਆਇਆ ਹੈ। ਬੈਠੇ ਰਹੇ ਨਿਕਟ ਗੁਰ ਤਾਤ, ਮਹਾਰਾਜ ਸੱਚੇ ਪਾਤਸ਼ਾਹ ਆਪਣੇ ਗੁਰੂ ਪਿਤਾ ਜੀ ਦੇ ਕੋਲ ਬੈਠੇ ਰਹੇ ਹਨ। ਹਾਥ ਜੋਰ ਬੰਧਨ ਕੋ ਠਾਨੀ, ਉੱਥੇ ਹੀ ਦੋਨੇ ਹੱਥ ਜੋੜ ਕੇ ਬੜੇ ਅਦਬ ਦੇ ਨਾਲ ਆਪਣੇ ਵੱਡੇ ਭਰਾ ਦਾ ਸਨਮਾਨ ਕੀਤਾ ਹੈ। ਆਸ਼ਿਕ ਦੇ ਪ੍ਰਿਥੀਏ ਨੇ ਮਾਨੀ, ਪ੍ਰਿਥੀ ਚੰਦ ਨੇ ਇਸ ਤਰ੍ਹਾਂ ਕਹਿੰਦੇ ਅਸੀਸ ਦਿੱਤੀ ਅੱਗੋਂ। ਸ਼੍ਰੀ ਗੁਰ ਦੇਖਿਓ ਪੁੱਤਰ ਬਿਲੰਦ, ਗੁਰੂ ਰਾਮਦਾਸ ਮਹਾਰਾਜ ਨੇ ਆਪਣਾ ਵੱਡਾ ਪੁੱਤਰ ਵੇਖਿਆ ਹੈ। ਕਹਿਓ ਪ੍ਰਿਥੀ ਚੰਦ ਸੁਨ ਮਤਵੰਦ, ਸਤਿਗੁਰੂ ਜੀ ਕਹਿਣ ਲੱਗੇ ਹੈ ਮਤ ਵਾਲੇ ਪ੍ਰਿਥੀ ਚੰਦ ਸੁਣਨਾ ਕਰ। ਦੋਏ ਪਤਰਿਕਾ ਪੂਰਬ ਆਈ, ਲਾਹੌਰ ਤੋਂ 2 ਚਿੱਠੀਆਂ ਪਹਿਲਾਂ ਤੇਰੇ ਪਾਸ ਆਈਆਂ ਹਨ। ਸ਼੍ਰੀ ਅਰਜਨ ਤੁਕ ਸ਼ਬਦ ਬਨਾਈ, ਉਹਨਾਂ ਚਿੱਠੀਆਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਬਦ ਦੀਆਂ ਤੁਕਾਂ ਬਣਾਈਆਂ ਹਨ। ਸਿੱਖ ਨੇ ਦਈ ਸੌਂਪ ਕਰ ਤੋਹੇ, ਇਸ ਸਿੱਖ ਨੇ ਉਹ ਚਿੱਠੀਆਂ ਤੁਹਾਨੂੰ ਲਿਆ ਕੇ ਸੌਂਪੀਆਂ ਹਨ। ਸੋ ਅਬ ਤੇਰੇ ਹੀ ਟਿਗ ਹੋਏ, ਨਿਸ਼ਚਿਤ ਉਹ ਚਿੱਠੀਆਂ ਹੁਣ ਤੇਰੇ ਪਾਸ ਹੀ ਹੋਵਣਗੀਆਂ। ਹਮਰੇ ਤੀਰ ਨ ਆਨ ਦਿਖਾਈ, ਬੇਟਾ ਤੂੰ ਉਹ ਚਿੱਠੀਆਂ ਸਾਡੇ ਕੋਲ ਲਿਆ ਕੇ ਸਾਨੂੰ ਵਿਖਾਈਆਂ ਕਿਉਂ ਨਹੀਂ? ਕੌਣ ਹੇਤ ਤੇ ਰਾਖ ਛੁਪਾਈ, ਕਿਹੜਾ ਐਸਾ ਕਾਰਨ ਹੈ ਜਿਸ ਕਾਰਨ ਕਰਕੇ ਚਿੱਠੀਆਂ ਤੂੰ ਆਪਣੇ ਪਾਸ ਲੁਕੋ ਕੇ ਰੱਖੀਆਂ ਹਨ? ਆਨੋ ਅਬ ਤਿਨ ਕੋ ਜੈ ਤਰੀ, ਬੇਟਾ ਇਸ ਤਰ੍ਹਾਂ ਕਰੋ, ਜਿੱਥੇ ਵੀ ਚਿੱਠੀਆਂ ਰੱਖੀਆਂ ਨੇ ਜਾ ਕੇ ਉਹ ਚਿੱਠੀਆਂ ਸਾਨੂੰ ਲਿਆ ਕੇ ਵਿਖਾ ਦਿਓ। ਅਬ ਲੋਕੇ ਕੈਸੀ ਬਿਦ ਕਰੀ, ਅਸੀਂ ਵੇਖੀਏ ਕਿ ਜਿਹੜੀਆਂ ਤੁਕਾਂ ਜਿਹੜੇ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤੇ ਉਹ ਕਿਸ ਤਰ੍ਹਾਂ ਦੇ ਉਚਾਰਨ ਕੀਤੇ ਹਨ। ਸੁਨ ਬੋਲਿਓ ਬਚ ਜੋ ਜਲ ਛਲ ਸਾਨੇ, ਇਹ ਬਚਨ ਸੁਣ ਕਰਕੇ ਪ੍ਰਿਥੀ ਚੰਦ ਬੋਲਿਆ। ਉਹਦੇ ਬੋਲ ਜਿਹੜੇ ਛਲ ਦੇ ਨਾਲ ਅੱਗੋਂ ਸਾਣੇ ਹੋਏ ਸਨ। ਕਬ ਇਨ ਪਠੀ ਕਹਾਂ ਕੋ ਜਾਣੇ, ਆਖਣ ਲੱਗਾ ਵੀ ਕਿਹਨੇ ਚਿੱਠੀ ਭੇਜੀ ਹੈ ਔਰ ਕੌਣ ਜਾਣਦਾ? ਮੈਨੂੰ ਤਾਂ ਨਹੀਂ ਇਸ ਬਾਰੇ ਪਤਾ, ਨਾ ਹੀ ਮੈਨੂੰ ਕੋਈ ਚਿੱਠੀ ਪ੍ਰਾਪਤ ਹੋਈ ਹੈ। ਮੋਹਿ ਹਿਰਦੇ ਸੁਧ ਅਹੇ ਨ ਕੋਈ, ਮਹਾਰਾਜ ਮੈਨੂੰ ਤਾਂ ਕਿਸੇ ਚਿੱਠੀ ਦੀ ਕੋਈ ਖਬਰਸਾਰ ਨਹੀਂ ਹੈ। ਕਰੇ ਦੁਰਾਵ ਕਾਜ ਕਿਆ ਹੋਈ, ਨਾਲੇ ਉਹਨਾਂ ਚਿੱਠੀਆਂ ਨੂੰ ਲੁਕਾਉਣ ਦੇ ਨਾਲ ਮੇਰਾ ਕੀ ਕੰਮ ਹੋਣਾ ਹੈ? ਚਤੁਰੰਗਲ ਕਾਗਦ ਕੇ ਸੰਗ, ਮਹਾਰਾਜ ਇਹ 4 ਉਂਗਲਾਂ ਦਾ ਇੱਕ ਕਾਗਜ਼ ਹੈ। ਮੈਨੇ ਤਾਏ ਚੜਾਇਵ ਚੰਗ, ਮਹਾਰਾਜ ਜੀ ਇਹਨਾਂ 4 ਉਂਗਲਾਂ ਦੇ ਕਾਗਜ਼ ਦੇ ਨਾਲ ਮੈਂ ਕਿਹੜਾ ਪਤੰਗ ਚੜਾਉਣਾ ਹੈ, ਮੈਂ ਕਿਹੜਾ ਪਤੰਗ ਉਡਾਣਾ ਵੀ ਉਹ ਚਿੱਠੀਆਂ ਲੁਕੋ ਕੇ ਮੈਂ ਆਪਣੇ ਕੋਲ ਰੱਖਾਂਗਾ। ਪੁਨ ਸ਼੍ਰੀ ਰਾਮਦਾਸ ਪੁਨ ਕਹੀ, ਇਹ ਬਚਨ ਸੁਣ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਫਿਰ ਕਹਿਣ ਲੱਗੇ, ਲਿਓ ਸਿਮਰ ਜੇ ਸੁਧ ਨੇ ਰਹੀ। ਪਾਤਸ਼ਾਹ ਕਹਿੰਦੇ ਬੇਟਾ ਜੇ ਤੈਨੂੰ ਖਬਰ ਨਹੀਂ, ਜੇ ਭੁੱਲ ਗਈ ਹੈ ਗੱਲ ਤੇ ਯਾਦ ਕਰ ਲੈ। ਵੇਖੋ ਮਹਾਰਾਜ ਕੈਸੇ ਦਇਆਨਿਧ ਨੇ, ਅਜੇ ਵੀ ਪ੍ਰਿਥੀ ਚੰਦ ਦੇ ਕੀਤੇ ਕਰਮ ਤੇ ਪਰਦਾ ਵੀ ਪਾ ਰਹੇ ਨੇ, ਸੰਗਤਾਂ ਵਿੱਚ ਮਾਣ ਵੀ ਰੱਖ ਰਹੇ ਨੇ। ਪੁੱਤਰ ਕੋਈ ਨਹੀਂ, ਜੇ ਭੁੱਲ ਗਈ ਹੈ ਤੇ ਯਾਦ ਕਰ ਲੈ, ਚੇਤੇ ਕਰ ਲੈ। ਧਰੀ ਹੋਏਗੀ ਕਿਸੇ ਥਾਏ, ਚੇਤੇ ਕਰੋ ਚਿੱਠੀ ਤੂੰ ਕਿਸੇ ਜਗ੍ਹਾ ਤੇ ਰੱਖੀ ਹੋਵੇਗੀ। ਖੋਜ ਆਨੀਏ ਦਿਓ ਦਿਖਾਏ, ਜਾ ਕੇ ਖੋਜ ਕੇ ਲੱਭ ਕੇ ਉਹ ਚਿੱਠੀਆਂ ਲਿਆ ਕੇ ਸਾਨੂੰ ਵਿਖਾ ਦਿਓ। ਅਪਰ ਸਰਬਈ ਕਾਰ ਸੁਧਾਰੇ, ਇਸ ਤਰ੍ਹਾਂ ਫਿਰ ਆਪਾਂ ਸਾਰੇ ਜਿਹੜੇ ਕਾਰਜ ਘਰ ਦੇ ਵਿੱਚ ਕਰਦੇ ਆ ਉਹ ਵੀ ਤਾਂ ਆਪਾਂ ਨੂੰ ਚੇਤੇ ਰਹਿੰਦੇ ਹਨ। ਸੋ ਕੈਸੇ ਕਰ ਨਹੀਂ ਵਿਸਾਰੇ, ਜਿਹੜੇ ਹੋਰ ਕਾਰਜ ਕਰਦੇ ਆ ਪ੍ਰਿਥੀ ਚੰਦ ਉਹ ਵੇਖ ਕਿਵੇਂ ਮਨ ਵਿੱਚੋਂ ਨਹੀਂ ਭੁਲਾਉਂਦਾ। ਸਾਰੇ ਕਾਜ ਚੇਤੇ ਨੇ ਨਾ, ਤੈਨੂੰ ਪਤਾ ਹੁੰਦਾ ਵੀ ਮੈਂ ਕਿਹੜਾ ਕੰਮ ਕਰਨਾ ਹੈ।
ਜਦੋਂ ਸਾਰੇ ਕਾਰਜ ਚੇਤੇ ਰਹਿੰਦੇ ਨੇ ਫਿਰ ਚਿੱਠੀਆਂ ਕਿਵੇਂ ਭੁੱਲ ਸਕਦੀਆਂ ਹਨ। ਕੂਰ ਨ ਕਹੋ ਨੈ ਰਾਖ ਦੁਰਾਈ। ਇਸ ਕਰਕੇ ਪੁੱਤਰ ਝੂਠ ਨਾ ਬੋਲ ਤੇ ਨਾ ਹੀ ਚਿੱਠੀਆਂ ਲੁਕੋ ਕੇ ਰੱਖ। ਤਿਆਗ ਦੇ ਛਲ ਕੀ ਚਤੁਰਾਈ। ਆਪਣੀ ਚਤੁਰਾਈ ਆਪਣਾ ਛਲ ਤਿਆਗ ਦੇ। ਤੇ ਛਲ ਤਿਆਗਣ ਵਾਲੇ ਨੂੰ ਹੀ ਮਾਣ ਪ੍ਰਾਪਤ ਹੁੰਦਾ ਹੈ। ਸੁਨ ਕੈ ਖੁਨ ਸਿਓ ਊਚੇ ਕਹੇ। ਇਹ ਬਚਨ ਸੁਣ ਕਰਕੇ ਪ੍ਰਿਥੀ ਚੰਦ ਖੁਣਸ ਪਿਆ ਤੇ ਉੱਚੀ ਆਵਾਜ਼ ਵਿੱਚ ਮਹਾਰਾਜ ਨੂੰ ਕਹਿਣ ਲੱਗਾ, ਕਛ ਹੁੰਡੀ ਤੇ ਨਾਹਿਨ ਆਹੇ। ਆਖਣ ਲੱਗਾ ਵੀ 4 ਉਂਗਲਾਂ ਦਾ ਉਹ ਟੁਕੜਾ ਕਾਗਜ਼ ਉਹ ਕੋਈ ਹੁੰਡੀ ਥੋੜਾ ਸੀ। ਜੈ ਛੁਪਾਏ ਧਨ ਕੋ ਲੈ ਆਵੋ। ਇਸ ਹੁੰਡੀ ਨੂੰ ਲੁਕਾ ਕਰਕੇ ਮੈਂ ਕਿਸੇ ਕੋਲੋਂ ਧਨ ਲੈ ਆਵਾਂਗਾ। ਕੌਣ ਅਰਥ ਤੇ ਤਾਹੇ ਛਿਪਾਵੋ। ਇਸ ਕਾਰਨ ਕਰਕੇ ਮਹਾਰਾਜ ਜੀ ਉਹ ਮੈਂ ਕਾਗਜ਼ ਜਿਹੜੇ ਹਨ ਚਿੱਠੀਆਂ ਜਿਹੜੀਆਂ ਆਪਣੇ ਕੋਲ ਲੁਕੋਵਾਂਗਾ ਵੀ ਉਹ ਕੋਈ ਹੁੰਡੀ ਥੋੜਾ ਸੀ। ਜੇ ਤਾਂ ਹੁੰਡੀ ਹੁੰਦੀ ਫਿਰ ਤਾਂ ਕੋਈ ਮੰਨ ਵੀ ਲੈਂਦਾ ਵੀ ਮੈਂ ਤਾਂ ਚਿੱਠੀਆਂ ਲੁਕੋਈਆਂ ਨੇ। ਮਹਾਰਾਜ ਉਹ ਕਾਗਜ਼ ਹੈ ਤੇ ਉਹ ਖਾਲੀ ਕਾਗਜ਼ ਮੇਰੇ ਕਿਸ ਕੰਮ ਦਾ ਹੈ। ਕੁਛ ਲੇਖਾ ਨੇ ਤਿਸ ਕੇ ਮਾਹੂ। ਤੇ ਨਾ ਹੀ ਉਹਨਾਂ ਕਾਗਜ਼ਾਂ ਵਿੱਚ ਕਿਸੇ ਪ੍ਰਕਾਰ ਦਾ ਕੋਈ ਹਿਸਾਬ ਕਿਤਾਬ ਲੇਖਾ ਜੋਖਾ ਹੈ। ਰਿਨ ਕੀ ਵਹੀ ਨਾ ਰਾਖੋਂ ਪਾਹੂ। ਤੇ ਨਾ ਹੀ ਉਹ ਕੋਈ ਕਰਜ਼ੇ ਦੀ ਵਹੀ ਹੈ ਜਿਹੜੀ ਮੈਂ ਆਪਣੇ ਕੋਲ ਰੱਖਾਂਗਾ। ਸਿੱਖ ਤੇ ਗਿਰੀ ਹੋਏ ਮਗ ਲਿਆਵਤ। ਬਾਦਸ਼ਾਹ ਜਿਹੜਾ ਸਿੱਖ ਚਿੱਠੀ ਲੈ ਕੇ ਆਇਆ ਨਾ ਉਹਦੇ ਕੋਲੋਂ ਕਿਤੇ ਰਾਹ ਦੇ ਵਿੱਚ ਚਿੱਠੀਆਂ ਡਿੱਗ ਗਈਆਂ ਹੋਵਣਗੀਆਂ। ਡਰ ਤਰਦੇ ਮੁਝ ਪਾਸ ਬਤਾਵਤ। ਸਿੱਖ ਡਰਦਾ ਮਾਰਾ ਇਹ ਕਹਿ ਰਿਹਾ ਵੀ ਚਿੱਠੀਆਂ ਮੇਰੇ ਕੋਲ ਹਨ। ਜੇਕਰ ਪਦ ਇਨ ਸ਼ਬਦ ਬਨਾਇਵ। ਦੂਸਰੀ ਗੱਲ ਮਹਾਰਾਜ ਜੀ ਜੇਕਰ ਮੇਰੇ ਛੋਟੇ ਭਰਾ ਨੇ ਗੁਰਬਾਣੀ ਦੇ ਸ਼ਬਦ ਉਚਾਰਨ ਕੀਤੇ ਹਨ। ਇਸ ਦੇਖਨ ਹਿਤ ਚਿਤ ਲਲਚਾਇਵ। ਜੇ ਤੁਹਾਡੇ ਚਿੱਤ ਦੇ ਅੰਦਰ ਇੰਨਾ ਹੀ ਲਾਲਚ ਹੈ ਤੁਸੀਂ ਉਹਨਾਂ ਸ਼ਬਦਾਂ ਨੂੰ ਵੇਖਣਾ ਚਾਹੁੰਦੇ ਹੋ ਪੜ੍ਹਨਾ ਚਾਹੁੰਦੇ ਹੋ ਤੋ ਕਿਛ ਟੋਟ ਨਹੀਂ ਟਿਗ ਬੈਸੇ। ਫਿਰ ਮਹਾਰਾਜ ਕਿਸੇ ਗੱਲ ਦਾ ਕੋਈ ਘਾਟਾ ਹੀ ਨਹੀਂ। ਗੁਰੂ ਅਰਜਨ ਦੇਵ ਜੀ ਤੁਹਾਡੇ ਕੋਲ ਹੀ ਬੈਠੇ ਹਨ। ਕਹਿ ਬਨਵਾਏ ਲਿਓ ਤੁਮ ਤੈਸੇ। ਇਹਨਾਂ ਨੂੰ ਕਹਿ ਕੇ ਫੇਰ ਦੁਬਾਰਾ ਉਹ ਜਿਹੜੇ ਸ਼ਬਦ ਇਹਨਾਂ ਦੀ ਰਸਨਾ ਤੋਂ ਉਚਾਰਨ ਕਰਕੇ ਮਹਾਰਾਜ ਤੁਸੀਂ ਸਰਵਣ ਕਰ ਲਓ। ਜਾਂ ਤਾਂ ਕੋਈ ਦੂਜਾ ਤੀਜਾ ਦੂਰ ਹੋਵੇ ਨਾ ਚਿੱਠੀ ਭੇਜੀ ਹੋਵੇ ਤੇ ਨਾ ਚਿੱਠੀ ਮਿਲੇ ਤੇ ਫਿਰ ਤਾਂ ਮੰਨ ਲਿਆ। ਮਹਾਰਾਜ ਜੀ ਆਪ ਜੀ ਦਾ ਛੋਟਾ ਸੁਪੁੱਤਰ ਆਪ ਜੀ ਦੇ ਪਾਸ ਬੈਠਾ ਹੈ। ਇਹਨਾਂ ਨੂੰ ਆਖੋ ਵੀ ਇਹ ਦੁਬਾਰਾ ਉਹੀ ਪਦ ਉਚਾਰਨ ਕਰਕੇ ਤੁਹਾਨੂੰ ਸਰਵਣ ਕਰਾ ਦੇਣ। ਅਪਰ ਕਾਜ ਤੋ ਨੇ ਤਿਨ ਮਾਹੂ। ਤੋ ਮਹਾਰਾਜ ਉਹਨਾਂ ਚਿੱਠੀਆਂ ਦੇ ਵਿੱਚ ਹੋਰ ਕੋਈ ਇਹੋ ਜਿਹਾ ਕਾਰਜ ਨਹੀਂ ਸੀ ਜਿਸ ਤੇ ਕਾਰ ਅਟਕ ਕੁਛ ਜਾਹੂ। ਜਿਹਦੇ ਨਾਲ ਤੁਹਾਡਾ ਕੋਈ ਕਾਰਜ ਅੜ ਜਾਏਗਾ ਜਾਂ ਗੁਰੂ ਘਰ ਦੀ ਸੇਵਾ ਦਾ ਕੋਈ ਕੰਮ ਅੜ ਜਾਵੇਗਾ। ਦੇਖ ਕੁਟਿਲਤਾ ਪ੍ਰਿਥੀਏ ਕੇਰੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਿਥੀ ਚੰਦ ਦੀ ਅਜਿਹੀ ਕੁਟਲਤਾ ਵੇਖੀ ਹੈ। ਤਨਕ ਸਰਲਤਾ ਨੇ ਤਬ ਹੇਰੀ। ਮਹਾਰਾਜ ਨੇ ਵੇਖਿਆ ਵੀ ਇਹਦੇ ਅੰਦਰ ਤਾਂ ਤਨਕ ਮਾਤਰ ਵੀ ਸਿੱਧਾਪਣ ਨਹੀਂ। ਇਹ ਸਾਡੇ ਪ੍ਰਤੀ ਬਿਲਕੁਲ ਵੀ ਅਨੁਕੂਲ ਨਹੀਂ ਹੈ। ਸਾਡੇ ਹਰ ਇੱਕ ਬਚਨ ਦੇ ਪ੍ਰਤੀਕੂਲ ਚੱਲ ਰਿਹਾ ਹੈ। ਦਾਸ ਨਿਕਟ ਕੇ ਸ਼ਰਵਣ ਮਝਾਰਾ। ਸਤਿਗੁਰੂ ਜੀ ਨੇ ਆਪਣੇ ਦਾਸ ਦੇ ਕੰਨ ਵਿੱਚ ਬਚਨ ਆਖੇ ਹਨ। ਅੰਤਰਜਾਮੀ ਵਾਕ ਉਚਾਰਾ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਉਹ ਅੰਤਰਜਾਮੀ ਹੈ ਉਹਦੇ ਕੋਲੋਂ ਕੁਝ ਨਹੀਂ ਲੁਕੋਇਆ ਜਾ ਸਕਦਾ। ਦੁਨੀਆ ਤੋਂ ਬੰਦਾ ਸਭ ਕੁਝ ਲੁਕੋ ਲੈਂਦਾ ਹੈ। ਮਹਾਰਾਜ ਜੀ ਜੈਸੇ ਕਹਿੰਦੇ ਨਾ ਵੀ ਮਨੁੱਖ ਘਰ ਮੰਦਰ ਭੰਨ ਕੇ ਚੋਰੀ ਕਰਕੇ ਆਉਂਦਾ ਹੈ। ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਝ ਤੇ ਕਹਾ ਛਪਾਵੈ। ਅੱਗੇ ਪਿੱਛੇ ਝਾਤੀ ਮਾਰ ਲੈਂਦਾ ਵੀ ਕੋਈ ਵੇਖਦਾ ਤਾਂ ਨਹੀਂ। ਇਹਨੂੰ ਇਹ ਨਿਸ਼ਚਾ ਹੁੰਦਾ ਹੈ ਵੀ ਦੁਨੀਆ ਵਿੱਚ ਮੈਨੂੰ ਕੋਈ ਨਹੀਂ ਵੇਖ ਰਿਹਾ। ਮਹਾਰਾਜ ਕਹਿੰਦੇ ਨੇ ਵੀ ਕਰਤਾ ਪੁਰਖ ਤਾਂ ਵੇਖ ਹੀ ਰਿਹਾ ਹੈ। ਉਹਦੀ ਜੋਤ ਤੇਰੇ ਅੰਦਰ ਬਿਰਾਜਦੀ ਹੈ। ਕਣ ਕਣ ਦੇ ਵਿੱਚ ਉਹ ਵਸਦਾ ਪਿਆ। ਸਭ ਕੁਝ ਇਹਨੇ ਵੇਖਿਆ। ਉਹਦੇ ਤੋਂ ਤੂੰ ਕੁਝ ਨਹੀਂ ਲੁਕੋ ਸਕਦਾ। ਮਹਾਰਾਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੰਤਰਜਾਮੀ ਗਰੀਬ ਨਵਾਜ ਆਪਣੇ ਪੁੱਤਰ ਦੀ ਖੋਟੀ ਭਾਵਨਾ ਨੂੰ ਜਾਣ ਕੇ
ਆਪਣੇ ਦਾਸ ਦੇ ਕੰਨ ਦੇ ਵਿੱਚ ਹੌਲੀ ਜੀ ਬਚਨ ਕਹਿਣ ਲੱਗੇ। ਸ਼ੀਗਰ ਸਦਨ ਇਸ ਕੇ ਉੱਠ ਜਾਵੋ। ਸੇਵਕ ਨੂੰ ਆਗਿਆ ਦਿੱਤੀ, ਛੇਤੀ ਉੱਠ ਕੇ ਪ੍ਰਿਥੀ ਚੰਦ ਦੇ ਘਰ ਦੇ ਵਿੱਚ ਚਲੇ ਜਾਵੋ। ਕਹਾਂ ਪਹੁੰਚ ਇਹ ਬਾਕ ਸੁਣਾਵੋ। ਇਹਦੇ ਘਰ ਦੇ ਵਿੱਚ ਪਹੁੰਚ ਕੇ ਇਹਦੀ ਘਰਵਾਲੀ ਨੂੰ ਇਹ ਬਚਨ ਆਖੋ। ਪ੍ਰਿਥੀਏ ਨੇ ਕੀਨਸ ਇਸ਼ਨਾਨਾ। ਤੇ ਪ੍ਰਿਥੀ ਚੰਦ ਨੇ ਇਸ਼ਨਾਨ ਕੀਤਾ ਹੈ। ਚਾਹਤ ਸਤਿਗੁਰ ਪਾਸ ਪਿਆਨਾ। ਤੇ ਹੁਣ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਲਈ ਉਹਨਾਂ ਦੇ ਕੋਲ ਜਾਣਾ ਚਾਹੁੰਦਾ ਹੈ। ਜਾਮਾ ਪੈਰਨ ਹਿਤ ਮੰਗਵਾਵਤ। ਉਸਨੇ ਆਪਣਾ ਜਾਮਾ ਪਹਿਨਣ ਵਾਸਤੇ ਮੰਗਵਾਇਆ ਹੈ। ਪਠਿਓ ਮੋਏ ਆਇਵ ਉਤਲਾਵਤ। ਤੇ ਮੈਨੂੰ ਪ੍ਰਿਥੀ ਚੰਦ ਜੀ ਨੇ ਭੇਜਿਆ ਤੇ ਉਹਨਾਂ ਦੀ ਆਗਿਆ ਮੰਨ ਕੇ ਮੈਂ ਤਤਕਾਲ ਹੀ ਤੁਹਾਡੇ ਕੋਲ ਚੱਲ ਆਇਆ ਹਾਂ। ਸੁਨ ਸਿੱਖ ਗਇਓ ਗੁਰੂ ਪੁਨ ਕਹਿਓ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਸਿੱਖ ਚਲਾ ਗਿਆ। ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਿਰਾਜੇ ਸਨ। ਸੋਢੀ ਸੁਲਤਾਨ ਪਾਤਸ਼ਾਹ ਦੇ ਦਰਬਾਰ ਵਿੱਚ ਸੰਗਤਾਂ ਬੈਠੀਆਂ ਤੇ ਪ੍ਰਿਥੀ ਚੰਦ ਦਾ ਪਾਜ ਉਘੇੜਨ ਵਾਸਤੇ ਮਹਾਰਾਜ ਜੀ ਫਿਰ ਇੱਕ ਦਫਾ ਕਹਿਣ ਲੱਗੇ, ਇਸ ਕਾਗਦ ਮੈਂ ਕਾਜ ਨ ਲਹਿਓ। ਆਖਣ ਲੱਗੇ, ਪੁੱਤਰ ਜੇਕਰ ਉਹਨਾਂ ਕਾਗਜ਼ਾਂ ਦੇ ਵਿੱਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਜਿਹੜਾ ਤੇਰੇ ਕੰਮ ਆ ਸਕੇ, ਹਮੋ ਦਿਖਾਵਤ ਕਿਉਂ ਨੈ ਸੋ। ਤੇ ਫਿਰ ਉਹ ਜਿਹੜੇ ਕਾਗਜ਼ ਤੂੰ ਸਾਨੂੰ ਕਿਉਂ ਨਹੀਂ ਵਿਖਾਉਂਦਾ? ਇੱਕ ਪਾਸੇ ਤਾਂ ਕਹੀ ਜਾਂਦਾ ਵੀ ਉਹਨਾਂ ਵਿੱਚ ਕਿਹੜਾ ਕੋਈ ਇਹੋ ਜਿਹਾ ਕੰਮ ਹੈ ਜਿਸ ਕੰਮ ਦੇ ਨਾਲ ਤੁਹਾਡਾ ਕੋਈ ਕੰਮ ਰੁਕ ਜਾਏਗਾ। ਪੁੱਤਰ ਜੇ ਵਾਕਿਆ ਹੀ ਕੋਈ ਕੰਮ ਨਹੀਂ ਤੇ ਫਿਰ ਸਾਨੂੰ ਚਿੱਠੀਆਂ ਕਿਉਂ ਨਹੀਂ ਲਿਆ ਕੇ ਵਿਖਾਉਂਦਾ? ਇਸ ਮੈਂ ਸਾਹਸ ਮਤ ਕਿਮ ਹੋ। ਮਹਾਰਾਜ ਕਹਿੰਦੇ ਇਹਦੇ ਵਿੱਚ ਤੇਰੀ ਹੱਠ ਬੁੱਧੀ ਕਿਉਂ ਹੈ? ਤੂੰ ਕਿਉਂ ਇੰਨਾ ਜ਼ਿਆਦਾ ਹੱਠ ਧਾਰ ਕੇ ਬੈਠਾ ਹੈ? ਸਿਮਰਨ ਕਰੋ ਜਹਾਂ ਸੋ ਧਰੀ। ਫਿਰ ਕਹਿਣ ਲੱਗੇ, ਪੁੱਤਰ ਚੇਤੇ ਕਰ, ਯਾਦ ਕਰ ਵੀ ਕਿੱਥੇ ਤੂੰ ਚਿੱਠੀ ਰੱਖੀ ਹੈ। ਅਰੀ ਨ ਤਰੋ ਦੇਹੋ ਪਰ ਹਰੀ। ਪੁੱਤਰ ਅੜੀ ਨਾ ਧਾਰਨ ਕਰ, ਆਪਣੀ ਅੜੀ ਛੱਡ ਕੇ ਪ੍ਰਤੀਕੂਲ ਨਾ ਚੱਲ। ਗੁਰੂ ਨਾਨਕ ਸਾਹਿਬ ਦਾ ਘਰ ਉਹਨਾਂ ਨੂੰ ਰਹਿਮਤਾਂ ਦਿੰਦਾ ਹੈ ਜਿਹੜੇ ਅਨੁਸਾਰੀ ਹੋ ਕੇ ਚੱਲਦੇ ਨੇ। ਸਾਡੇ ਬਚਨਾਂ ਦੇ ਅਨੁਸਾਰ ਹੋ ਕੇ ਸਾਨੂੰ ਚਿੱਠੀਆਂ ਦੇ ਦੇ। ਭਾਵੀ ਨੇ ਪਰੇਰਿਓ ਨੈ ਮਾਨਾ। ਕਵੀ ਜੀ ਕਹਿੰਦੇ ਭਾਵੀ ਨੇ ਪ੍ਰਿਥੀ ਚੰਦ ਨੂੰ ਪ੍ਰੇਰਿਆ ਸੀ, ਉਹਨੇ ਸਤਿਗੁਰਾਂ ਦੇ ਬਚਨ ਨਹੀਂ ਮੰਨੇ। 3 ਬਾਰ ਗੁਰ ਬਚੇ ਉਲਟਾਨਾ। 3 ਵਾਰ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਉਲਟਾ ਦਿੱਤਾ। ਰਿਸ ਕਰ ਬੋਲਿਓ ਮੇਰੋ ਕਹਿਓ। ਕ੍ਰੋਧ ਦੇ ਵਿੱਚ ਆ ਕਰਕੇ ਬੋਲਣ ਲੱਗਾ ਹੈ। ਰਾਵਰ ਨੇ ਸਭ ਝੂਠੋ ਲਹਿਓ। ਆਖਣ ਲੱਗਾ, ਮਹਾਰਾਜ ਜੀ ਮੇਰਾ ਕਿਹਾ ਆਪ ਜੀ ਨੇ ਝੂਠਾ ਕਰਕੇ ਜਾਣਿਆ, ਤੁਸਾਂ ਇੱਕ ਵੀ ਮੇਰਾ ਬਚਨ ਸਤ ਕਰਕੇ ਨਹੀਂ ਮੰਨਿਆ। ਸਪਤ ਮੋਏ ਤੁਮ ਚਰਨਨ ਕੇਰੀ। ਮਹਾਰਾਜ ਜੀ ਮੈਨੂੰ ਤੁਹਾਡੇ ਚਰਨਾਂ ਦੀ ਸਹੁੰ ਲੱਗੇ। ਜੇਕਰ ਪਤਰੀ ਮੈਂ ਕਿਤ ਹੇਰੀ। ਜੇਕਰ ਮੈਂ ਚਿੱਠੀਆਂ ਕਿਤੇ ਵੇਖੀਆਂ ਹੋਵਣ, ਤੁਹਾਡੇ ਚਰਨਾਂ ਦੀ ਸਹੁੰ ਹੈ ਮੈਨੂੰ। ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਹਿ ਕੇ ਝੂਠੀ ਸਹੁੰ ਖਾ ਲਈ। ਗੁਰਮੁਖੋ, ਝੂਠੀ ਸਹੁੰ ਖਾਣ ਵਾਲਾ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਦੇਣਦਾਰ ਹੈ। ਗੁਰੂ ਕਲਗੀਧਰ ਜੀ ਦੇ ਜੀਵਨ ਵਿੱਚ ਇਹ ਕਥਾ ਆਉਂਦੀ ਹੈ ਕਿ ਮੇਰਾ ਸਿੱਖ ਨਾ ਝੂਠੀ ਸਹੁੰ ਚੁੱਕੇ ਤੇ ਨਾ ਸੱਚੀ ਸਹੁੰ ਚੁੱਕੇ। ਅਸੀਂ ਝੱਟ ਕਹਿ ਦਿੰਦੇ ਆ ਵੀ ਚਲੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਸਹੁੰ ਚੁੱਕਦੇ ਆ। ਇੱਥੇ ਦੋਨੇ ਹੀ ਦੇਣਦਾਰ ਨੇ, ਸੱਚੀ ਤੇ ਝੂਠੀ ਸਹੁੰ ਚੁੱਕਣ ਵਾਲੇ। ਇਸ ਵਾਸਤੇ ਕਦੇ ਵੀ ਆਪਣਾ ਪਾਪ ਕਹਿ ਲਈਏ ਜਾਂ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਵਾਸਤੇ ਝੂਠੀ ਤੇ ਸੱਚੀ ਸਹੁੰ ਸਿੱਖ ਨੇ ਕਦੇ ਵੀ ਨਹੀਂ ਚੁੱਕਣੀ। ਤੋ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਬਹਿ ਕੇ ਪ੍ਰਿਥੀ ਚੰਦ ਨੇ ਝੂਠੀ ਸਹੁੰ ਚੁੱਕ ਲਈ। ਮਹਾਰਾਜ ਤੁਹਾਡੇ ਚਰਨਾਂ ਦੀ ਸਹੁੰ, ਜੇਕਰ ਮੈਂ ਚਿੱਠੀਆਂ ਵੇਖੀਆਂ ਵੀ ਹੋਵਣ। ਪਿਤ ਗੁਰ ਕੋ ਸਰਬੱਗ ਨ ਜਾਨਾ। ਕਵੀ ਜੀ ਕਹਿੰਦੇ ਪ੍ਰਿਥੀ ਚੰਦ ਨੇ ਆਪਣੇ ਪਿਤਾ ਗੁਰੂ ਨੂੰ ਸਰਬੱਗ ਨਹੀਂ ਜਾਣਿਆ। ਵੱਡ ਮਹਿਮਾ ਤੇਰੇ ਅਨੁਜਾਨਾ। ਸਤਿਗੁਰਾਂ ਦੀ ਮਹਾਨ ਵੱਡੀ ਮਹਿਮਾ ਤੋਂ ਅਣਜਾਣ ਰਹਿ ਗਿਆ ਹੈ। ਮਹਾ ਅਭਾਗ ਜਾਏ ਕੇ ਹੋਈ। ਜਿਸ ਦੇ ਸੰਸਾਰ ਵਿੱਚ ਮਾੜੇ ਭਾਗ ਹੋਵਣ। ਕਿਮ ਊਚੇ ਪਦ ਪ੍ਰਾਪਤ ਸੋਏ। ਉਹਨੂੰ ਉੱਚਾ ਪਦ ਕਿਵੇਂ ਪ੍ਰਾਪਤ ਹੋ ਸਕਦਾ ਹੈ? ਪ੍ਰਿਥੀ ਚੰਦ ਉਹ ਸੀ ਜਿਹਦੇ ਸਭ ਤੋਂ ਮਾੜੇ ਭਾਗ ਸਨ, ਤੇ ਜਿਹਦੇ ਮਾੜੇ ਭਾਗ ਹੋਵਣ ਉਹਨੂੰ ਕਦੇ ਉੱਚੀ ਪਦਵੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਦਾਸ ਗਿਓ ਤੈ ਕੈ ਗ੍ਰਹਿ ਕਹਿਓ।
ਸਤਿਗੁਰਾਂ ਦਾ ਭੇਜਿਆ ਸੇਵਕ ਪ੍ਰਿਥੀ ਚੰਦ ਦੇ ਘਰ ਵਿੱਚ ਜਾ ਕੇ ਕਹਿਣ ਲੱਗਾ, ਤਿਸ ਕੀ ਤ੍ਰਿਆ ਕੁਛ ਭੇਦ ਨ ਲਹਿਓ। ਉਹਨੇ ਆਖਿਆ ਪ੍ਰਿਥੀ ਚੰਦ ਇਸ਼ਨਾਨ ਕਰਦਾ ਜੇ, ਮਹਾਰਾਜ ਦੇ ਦਰਬਾਰ ਵਿੱਚ ਦਰਸ਼ਨਾਂ ਲਈ ਜਾਣਾ, ਉਹਦਾ ਜਾਮਾ ਦੇ ਦਿਓ, ਮੰਗਵਾਉਂਦੇ ਨੇ। ਉਹਦੀ ਇਸਤਰੀ ਬੀਬੀ ਕਰਮੋ ਨੇ ਰੰਚਕ ਮਾਤਰ ਵੀ ਭੇਦ ਨਹੀਂ ਜਾਣਿਆ ਕਿ ਅਸਲ ਦੇ ਵਿੱਚ ਇਹ ਜਾਮਾ ਕਿਉਂ ਮੰਗਵਾਇਆ ਗਿਆ ਹੈ। ਕਰਮੋ ਨੇ ਤਬ ਪ੍ਰੇਰੀ ਦਾਸੀ, ਬੀਬੀ ਕਰਮੋ ਨੇ ਆਪਣੀ ਦਾਸੀ ਨੂੰ ਪ੍ਰੇਰਿਆ, ਹੁਕਮ ਕੀਤਾ ਹੈ, ਲਿਆਵਤ ਪੀ ਜਾਮਾ ਤਿਸ ਪਾਸੀ। ਪ੍ਰਿਥੀ ਚੰਦ ਦਾ ਜਾਮਾ ਦਾਸੀ ਲੈ ਕਰਕੇ ਉਹਦੇ ਪਾਸ ਆਈ ਹੈ। ਸਿੱਖ ਨੇ ਇਕੱਠੋ ਕਰ ਸੋ ਲਿਆਇਵ, ਗੁਰੂ ਕੇ ਸਿੱਖ ਨੇ ਉਹ ਜਿਹੜਾ ਜਾਮਾ ਇਕੱਠਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਲਿਆਂਦਾ ਹੈ। ਆਪਣੇ ਵਸਤਰ ਲਪੇਟ ਛੁਪਾਇਵ, ਆਪਣੇ ਵਸਤਰਾਂ ਵਿੱਚ ਲਪੇਟ ਕੇ ਛੁਪਾ ਕੇ ਲੈ ਕੇ ਆਇਆ ਵੀ ਕਿਸੇ ਨੂੰ ਪਤਾ ਨਾ ਲੱਗੇ। ਕੋ ਨੇ ਜਾਣ ਸਕੇ ਇਸ ਭਾਂਤੀ, ਇਸ ਤਰ੍ਹਾਂ ਕੋਈ ਵੀ ਜਾਣ ਨਾ ਸਕੇ ਵੀ ਸਿੱਖ ਦੇ ਪਾਸ ਕਿਹਦੇ ਵਸਤਰ ਹਨ ਜਾਂ ਕਿਉਂ ਲੈ ਕੇ ਆਇਆ ਹੈ। ਆਨ ਦਿਓ ਗੁਰ ਕੋ ਜੁਤ ਪਾਤੀ, ਪੱਤਰੀਆਂ ਦੇ ਚਿੱਠੀਆਂ ਦੇ ਸਮੇਤ ਉਹ ਵਸਤਰ ਲਿਆ ਕੇ ਸਿੱਖ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਦੇ ਦਿੱਤਾ ਹੈ। ਮਹਾਦੇਵ ਕੋ ਤਬੇ ਹਕਾਰਾ, ਸਤਿਗੁਰੂ ਜੀ ਨੇ ਆਪਣੇ ਦੂਜੇ ਸੁਪੁੱਤਰ ਬ੍ਰਹਮ ਗਿਆਨੀ ਮਹਾਂਪੁਰਖ ਜਿਨ੍ਹਾਂ ਦੀ ਅੰਦਰ ਦੀ ਅਵਸਥਾ ਜਿਹੜੀ ਸੀ ਬੜੇ ਟਿਕਾਓ ਵਾਲੀ, ਸਦਾ ਬਿਰਤੀ ਬ੍ਰਹਮਾਕਾਰ ਰਹਿੰਦੀ ਸੀ, ਬਾਬਾ ਮਹਾਦੇਵ ਜੀ ਨੂੰ ਆਪਣੇ ਪਾਸ ਬੁਲਾਇਆ ਹੈ। ਅਪਰ ਦੀਵਾਨ ਲਗਾਇਓ ਸਾਰਾ, ਇਸ ਤੋਂ ਇਲਾਵਾ ਮਹਾਰਾਜ ਨੇ ਆਪਣਾ ਦੀਵਾਨ ਸਜਾ ਲਿਆ। ਜਿੰਨੀਆਂ ਵੀ ਸੰਗਤਾਂ ਸਨ ਸਾਰੀਆਂ ਸੰਗਤਾਂ ਨੂੰ ਆਗਿਆ ਕੀਤੀ ਵੀ ਸਾਡੇ ਦਰਬਾਰ ਵਿੱਚ ਹਾਜ਼ਰ ਹੋਵੋ। ਸਿਆਣੇ ਸਿੱਖ ਅਨੇਕ ਸੁਹਾਏ, ਗੁਰੂ ਘਰ ਦੇ ਵਿੱਚ ਰਹਿਣ ਵਾਲੇ ਅਨੇਕਾਂ ਹੀ ਸਿਆਣੇ ਮੁੱਖ ਸਿੱਖ ਦਰਬਾਰ ਵਿੱਚ ਸ਼ੋਭਾ ਪਾ ਰਹੇ ਹਨ। ਸਮਚਿਤ ਜਿਨੋ ਵਿਕਾਰ ਬਿਹਾਏ, ਜਿਨ੍ਹਾਂ ਦੀ ਬਿਰਤੀ ਸਦਾ ਇੱਕ ਰਸ ਰਹਿਣ ਵਾਲੀ ਹੈ ਤੇ ਜਿਨ੍ਹਾਂ ਅੰਦਰ ਦੇ ਵਿਕਾਰ ਨਿਵਰਤ ਕਰ ਦਿੱਤੇ ਹਨ। ਉਹ ਸਤਿਗੁਰ ਕੇ ਮੁਖ ਕੋ ਦੇਖਤ, ਸਾਰੇ ਸਿੱਖ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਮੁਖੜੇ ਵੱਲ ਵੇਖਦੇ ਹਨ। ਉਹ ਪ੍ਰਿਥੀਏ ਕੀ ਕ੍ਰਾਂਤ ਪਰੇਖਤ, ਕੋਈ ਪ੍ਰਿਥੀ ਚੰਦ ਦੇ ਚਿਹਰੇ ਦੀ ਕ੍ਰਾਂਤੀ ਪਰਖਦਾ ਹੈ, ਉਹਦਾ ਇੱਕ ਰੰਗ ਆਵੇ ਤੇ ਇੱਕ ਜਾਵੇ ਵੀ ਪਤਾ ਨਹੀਂ ਕੀ ਬਣੇਗਾ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਝੂਠ ਵੀ ਬੋਲੇ, ਚਿੱਠੀਆਂ ਵੀ ਲਕੋਈਆਂ, ਝੂਠੀ ਸਹੁੰ ਵੀ ਖਾਧੀ। ਇਸ ਤਰ੍ਹਾਂ ਕੋਈ ਸਿੱਖ ਕਦੇ ਸਤਿਗੁਰੂ ਜੀ ਵੱਲ ਵੇਖਦਾ ਹੈ ਤੇ ਕੋਈ ਪ੍ਰਿਥੀ ਚੰਦ ਦੇ ਚਿਹਰੇ ਵੱਲ ਵੇਖਦਾ ਹੈ। ਉਨ ਗੁਰ ਸਬਨ ਸੁਨਾਏ ਉਚਾਰੋ, ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਰੇ ਸਿੱਖਾਂ ਨੂੰ ਉਚਾਰ ਕੇ ਬਚਨ ਆਖਿਆ ਹੈ। ਅਜੋ ਸਮਝ ਤੂੰ ਕਹਿਓ ਹਮਾਰੋ, ਪਾਤਸ਼ਾਹ ਕਹਿਣ ਲੱਗੇ, ਪੁੱਤਰ ਅਜੇ ਵੀ ਤੂੰ ਸਾਡਾ ਕਿਹਾ ਬਚਨ ਮੰਨ ਕੇ ਸਮਝ ਜਾ। ਦੇਹੋ ਪਤਰਿਕਾ ਜਹਾਂ ਦੁਰਾਈ, ਜਿੱਥੇ ਵੀ ਚਿੱਠੀਆਂ ਲੁਕੋ ਕੇ ਰੱਖੀਆਂ ਨੇ ਲਿਆ ਕੇ ਸਾਨੂੰ ਦੇ ਦੇ। ਤੇਰੋ ਕਾਜ ਨ ਬਿਗੜੇ ਰਾਈ, ਜੇ ਚਿੱਠੀਆਂ ਦੇ ਦੇਂਗਾ ਤੇ ਤੇਰਾ ਰਾਈ ਮਾਤਰ ਵੀ ਕੰਮ ਨਹੀਂ ਵਿਗੜੇਗਾ। ਜੇ ਨਾ ਦੇਹ ਸੁਧਰੇ ਕੁਛ ਨਾਹੀ, ਤੇ ਪੁੱਤਰ ਜੇ ਚਿੱਠੀਆਂ ਨਾ ਦਿੱਤੀਆਂ ਤੇਰਾ ਕੁਝ ਸੁਧਰਨਾ ਨਹੀਂ। ਨਾਹਕ ਪਰਿਓ ਮਹਾ ਹਠ ਮਾਈ, ਤੂੰ ਬਿਨਾਂ ਕਿਸੇ ਕਾਰਨ ਤੋਂ ਇੰਨੇ ਜ਼ਿਆਦੇ ਹੱਠ ਦੇ ਵਿੱਚ ਪਿਆ ਹੈ। ਅਲਪ ਵਸਤ ਤੇ ਮਹਿਦ ਬਿਗਾਰੇ, ਤੂੰ ਛੋਟੀ ਵਸਤੂ ਕਰਕੇ ਇੰਨਾ ਭਾਰੀ ਵੱਡਾ ਵਿਗਾੜ ਕਰ ਰਿਹਾ, ਭਾਰੀ ਨੁਕਸਾਨ ਕਰ ਰਿਹਾ ਹੈ। ਕਿਉਂ ਤੂੰ ਕਰ ਤੋ ਬਿਨਾ ਵਿਚਾਰੇ, ਬਿਨਾਂ ਵਿਚਾਰ ਤੋਂ ਤੂੰ ਇਤਨਾ ਜ਼ਿਆਦਾ ਹੱਠ ਕਿਉਂ ਕਰ ਰਿਹਾ ਹੈ? ਕਿਉਂ ਇੰਨਾ ਜ਼ਿਆਦਾ ਆਪਣਾ ਨੁਕਸਾਨ ਕਰ ਰਿਹਾ ਹੈ? ਸਗਰੀ ਸਭਾ ਸੁਨਤ ਤਿਸ ਥਾਨ, ਸਤਿਗੁਰੂ ਜੀ ਦੇ ਦਰਬਾਰ ਵਿੱਚ ਸਾਰੀ ਸਭਾ ਮਹਾਰਾਜ ਜੀ ਦੇ ਬਚਨ ਸੁਣ ਰਹੀ ਹੈ। ਕਹੇ ਨ ਸਮਝਿਓ ਮੈਦ ਅਜਾਨ, ਪਰ ਵੱਡਾ ਅਣਜਾਣ ਮੂਰਖ ਪ੍ਰਿਥੀ ਚੰਦ ਪਾਤਸ਼ਾਹ ਦੇ ਕਹੇ ਹੋਏ ਬਚਨਾਂ ਨੂੰ ਫਿਰ ਵੀ ਨਾ ਸਮਝਿਆ। ਕਹਿਤ ਪਿਓ ਵਿਪਰੇ ਹੀ ਫੇਰੇ, ਸਤਿਗੁਰੂ ਮਹਾਰਾਜ ਨੇ ਜਿੰਨੇ ਵੀ ਬਚਨ ਆਖੇ ਨੇ ਉਹਨੇ ਹਰ ਵਾਰੀ ਮਹਾਰਾਜ ਦੇ ਬਚਨਾਂ ਦੇ ਉਲਟੇ ਜਵਾਬ ਦਿੱਤਾ ਹੈ। ਕਿਉਂਕਿ ਸਿਆਣਾ ਸਿੱਖ ਰਮਜ ਫੜ ਲੈਂਦਾ ਨਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਕ ਦਫਾ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਨੂੰ, ਬਾਬਾ ਜੀ ਕਿੰਨੀ ਰਾਤ ਹੋਈ? ਕਹਿੰਦੇ ਜੀ ਅੱਧੀ ਰਾਤ ਹੋਈ ਹੈ। ਮਹਾਰਾਜ ਕਹਿੰਦੇ ਤੁਹਾਨੂੰ ਅਜੇ ਪਤਾ ਨਹੀਂ ਲੱਗਿਆ। ਮਹਾਰਾਜ ਗਰੀਬ ਨਵਾਜ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਭਾਈ ਲਹਿਣਾ ਸਾਹਿਬ ਜੀ ਦੇ ਰੂਪ ਵਿੱਚ ਸੇਵਾ ਕਰਦੇ ਸਨ। ਉਹਨਾਂ ਨੂੰ ਆਖਿਆ ਕਿੰਨੀ ਰਾਤ ਹੋਈ ਹੈ? ਪਹਿਲਾਂ ਤਾਂ ਕਹਿੰਦੇ ਮਹਾਰਾਜ ਅੱਧੀ ਰਾਤ ਹੋਈ ਹੈ। ਮਹਾਰਾਜ ਜੀ ਕਹਿੰਦੇ ਧਿਆਨ ਨਾਲ ਵੇਖੋ, ਅੱਖਾਂ ਵਿੱਚ ਨੀਂਦ ਹੈ। ਬਸ ਰਮਜ ਸਮਝ ਗਏ ਇੱਥੋਂ। ਕਹਿੰਦੇ ਪਾਤਸ਼ਾਹ ਜਿੰਨੀ ਰਾਤ ਬਤੀਤ ਕਰਾ ਦਿੱਤੀ ਤੁਸਾਂ ਓਨੀ ਬਤੀਤ ਹੋ ਗਈ ਹੈ ਤੇ ਜਿੰਨੀ ਰੱਖ ਲਈ ਓਨੀ ਰਹਿ ਗਈ ਹੈ।
ਸਮਝਦਾਰ ਸਿੱਖ ਗੁਰੂ ਦੀ ਰਮਜ ਨੂੰ ਸਮਝ ਲੈਂਦਾ, ਉਹਨੂੰ ਭੇਦ ਦਾ ਪਤਾ ਲੱਗ ਜਾਂਦਾ ਹੈ। ਤੇ ਮਹਾਰਾਜ ਬਾਰ-ਬਾਰ ਉਹਨੂੰ ਇਹੀ ਗੱਲ ਸਮਝਾ ਰਹੇ ਸਨ, ਪੁੱਤਰ ਜੇ ਚਿੱਠੀ ਲੁਕਾਈ ਹੈ ਤੇ ਲੱਭ ਲਿਆ, ਕਿਉਂਕਿ ਜੇ ਬਾਅਦ ਵਿੱਚ ਅਸਾਂ ਲੱਭੀ ਤੇ ਫਿਰ ਨੁਕਸਾਨ ਤੇਰਾ ਵੱਡਾ ਹੋ ਜਾਣਾ ਹੈ। ਗੁਰੂ ਸਾਹਿਬ ਜੀ ਨੇ ਘੱਟੋ ਘੱਟ 4 ਵਾਰੀ ਇਹ ਬਚਨ ਉਹਨੂੰ ਆਖੇ, ਪਰ ਉਹਨੇ ਹਰ ਵਾਰੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਦਾ ਉਲਟ ਜਵਾਬ ਦਿੱਤਾ ਹੈ। ਪਤਰੀ ਤੇ ਕਿਆ ਬਨਵ ਵਡੇਰੇ, ਆਖਣ ਲੱਗਾ ਮਹਾਰਾਜ ਪੱਤਰੀ ਨਾਲ ਮੈਂ ਕਿਹੜਾ ਵੱਡਾ ਬਣ ਜਾਣਾ ਹੈ। ਕਹਿ ਟਿਗ ਰਾਖ ਰਾਜ ਕਹਿ ਲੇਵੋ, ਜਾਂ ਫਿਰ ਉਹਨਾਂ ਚਿੱਠੀਆਂ ਨੂੰ ਆਪਣੇ ਕੋਲ ਰੱਖ ਕੇ ਮੈਂ ਕਿਹੜਾ ਰਾਜ ਲੈ ਲੈਣਾ ਹੈ। ਦੁਲੱਭ ਵਸਤ ਕਿਆ ਤਿਸ ਤੇ ਸੇਵੋ, ਇਹੋ ਜੀ ਉਹ ਕਿਹੜੀ ਦੁਰਲੱਭ ਵਸਤੂ ਹੈ ਵੀ ਜਿਹਨੂੰ ਮੈਂ ਪ੍ਰਾਪਤ ਕਰਕੇ ਭੋਗ ਲਵਾਂਗਾ, ਜਿਹਦਾ ਰਸ ਆਨੰਦ ਮੈਂ ਮਾਣ ਲਵਾਂਗਾ। ਸੁਨ ਸ਼੍ਰੀ ਰਾਮਦਾਸ ਬਚ ਕਹੀ, ਇਹ ਬਚਨ ਸੁਣ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਕਹਿਣ ਲੱਗੇ, ਵਡਿਆਈ ਤੋ ਭਾਗ ਨ ਆਹੇ। ਮਹਾਰਾਜ ਕਹਿਣ ਲੱਗੇ ਪ੍ਰਿਥੀ ਚੰਦ, ਵਡਿਆਈ ਤੇਰੇ ਭਾਗਾਂ ਦੇ ਵਿੱਚ ਨਹੀਂ ਹੈ। ਕਹਾਂ ਨਿਲਾਇਕ ਰਾਜ ਕਮਾਵੇ, ਤੂੰ ਰਾਜ ਦੀ ਗੱਲ ਕਰਦਾ ਹੈ, ਤੇਰੇ ਜਿਹਾ ਨਲਾਇਕ ਕਿੱਥੇ ਰਾਜ ਦੀ ਕਮਾਈ ਕਰੇਗਾ। ਦੁਲੱਭ ਵਸਤ ਬਿਨ ਭਾਗ ਨ ਪਾਵੇ, ਤੇ ਰਹੀ ਗੱਲ ਦੁਰਲੱਭ ਵਸਤੂ ਦੀ, ਜਿਹੜੀ ਦੁਰਲੱਭ ਵਸਤੂ ਹੁੰਦੀ ਹੈ ਨਾ, ਉਹ ਬਿਨਾਂ ਭਾਗਾਂ ਤੋਂ ਕਦੇ ਪ੍ਰਾਪਤ ਨਹੀਂ ਹੁੰਦੀ। ਬੁੱਢੋ ਆਦਿਕ ਸਿੱਖ ਸਭ ਹੇਰੇ, ਸਤਿਗੁਰ ਜੀ ਦੇ ਦਰਬਾਰ ਵਿੱਚ ਬਾਬਾ ਬੁੱਢਾ ਜੀ ਆਦਿਕ ਸਾਰੇ ਸਿੱਖ ਵੇਖ ਰਹੇ ਹਨ। ਤਬ ਸੋ ਜਾਮਾ ਧਰਿਓ ਅਗੇਰੇ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦਾਸ ਕੋਲੋਂ ਜਾਮਾ ਲੈ ਕੇ ਮੂਹਰੇ ਰੱਖ ਦਿੱਤਾ ਹੈ। ਕਹਿਓ ਗੁਰੂ ਜਾਮਾ ਪਿਕ ਲੇਹੋ, ਮਹਾਰਾਜ ਕਹਿੰਦੇ ਪ੍ਰਿਥੀ ਚੰਦ ਆ ਜਿਹੜਾ ਜਾਮਾ ਵੇਖ, ਹੈ ਕਿ ਨਹੀਂ ਤੁਵ ਗਰ ਕੋ ਇਹੋ, ਇਹ ਜਿਹੜਾ ਜਾਮਾ ਤੇਰੇ ਗਲ ਦਾ ਕਿ ਨਹੀਂ, ਤੂੰ ਇਸ ਨੂੰ ਪਹਿਨਦਾ ਕਿ ਨਹੀਂ, ਕੀ ਇਹ ਜਾਮਾ ਤੇਰਾ ਹੈ। ਮਹਾਰਾਜ ਨੇ ਪ੍ਰਿਥੀ ਚੰਦ ਨੂੰ ਪੁੱਛਿਆ ਹੈ। ਦੇਖਿਓ ਧਰਿਓ ਕਹਿਓ ਇਹ ਮੇਰਾ, ਜਾਮਾ ਵੇਖ ਕੇ ਕਹਿਣ ਲੱਗਾ ਮਹਾਰਾਜ ਜੀ ਇਹ ਜਾਮਾ ਮੇਰਾ ਹੈ। ਘਰ ਤੇ ਕਿਨ ਆਨਿਓ ਇਸ ਬੇਰਾ, ਇਸ ਵਕਤ ਮੇਰੇ ਘਰ ਵਿੱਚ ਇਹ ਜਾਮਾ ਕੌਣ ਲੈ ਕੇ ਆਇਆ ਹੈ। ਗੁਰੂ ਕਹਿਓ ਇਸ ਜੇਬ ਮਝਾਰੀ, ਮਹਾਰਾਜ ਕਹਿੰਦੇ ਪ੍ਰਿਥੀ ਚੰਦ ਵਲ ਛਲ ਛੱਡ ਦੇ, ਇਸ ਜਾਮੇ ਦੀ ਜੇਬ ਦੇ ਵਿੱਚ ਨਿਜ ਕਰ ਸੋ ਅਬ ਲਿਹੋ ਨਿਕਾਰੀ, ਆਪਣੇ ਹੱਥਾਂ ਦੇ ਨਾਲ ਚਿੱਠੀਆਂ ਬਾਹਰ ਕੱਢ। ਕਹਿਣ ਲੱਗਿਓ ਮੈਂ ਤੋ ਨੇ ਪਾਈ, ਆਖਣ ਲੱਗਾ ਮੈਂ ਤਾਂ ਚਿੱਠੀਆਂ ਜੇਬ 'ਚ ਪਾਈਆਂ ਹੀ ਕੋਈ ਨਹੀਂ। ਹੁਣ ਉਹਨੂੰ ਕਿਵੇਂ ਪਤਾ ਵੀ ਇਹਦੀ ਜੇਬ 'ਚ ਚਿੱਠੀਆਂ ਨੇ। ਮਹਾਰਾਜ ਕਹਿੰਦੇ ਚਿੱਠੀਆਂ ਬਾਹਰ ਕੱਢ ਇਹਦੇ ਵਿੱਚੋਂ। ਕਹਿੰਦਾ ਵੀ ਮਹਾਰਾਜ ਮੈਂ ਕਿਹੜਾ ਇਹਦੇ ਵਿੱਚ ਚਿੱਠੀਆਂ ਪਾਈਆਂ ਹਨ। ਇਸ ਮੈਂ ਪਾਤੀ ਕਹਤੇ ਆਈ, ਤੇ ਅਗਰ ਇਸ ਜਾਮੇ ਵਿੱਚ ਚਿੱਠੀਆਂ ਨੇ ਤੇ ਫਿਰ ਕਿੱਥੋਂ ਆ ਗਈਆਂ ਹਨ। ਸ਼੍ਰੀ ਮੁਖ ਪੰਨਿਓ ਨਾ ਫੇਰ ਕਰੀਜੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪ੍ਰਿਥੀ ਚੰਦ ਵਲੇਵਾ ਨਾ ਕਰ, ਨਿਜ ਕਰਤੇ ਕਾਗਦ ਨਿਕਸੀਜੇ, ਆਪਣੇ ਹੱਥਾਂ ਦੇ ਨਾਲ ਇਸ ਜਾਮੇ ਦੀ ਜੇਬ ਦੇ ਵਿੱਚੋਂ ਸਾਰੇ ਕਾਗਜ਼ ਬਾਹਰ ਕੱਢ। ਚੱਪਿਓ ਲਾਜ ਤੇ ਸਭਾ ਮਝਾਰਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਸੁਣ ਕੇ ਸ਼ਰਮ ਦੇ ਨਾਲ ਪ੍ਰਿਥੀ ਚੰਦ ਸਾਰੀ ਸਭਾ ਵਿੱਚ ਖਿੱਚ ਗਿਆ ਹੈ। ਜੇਬ ਵਿਖੇ ਆਪਣੋ ਕਰ ਡਾਰਾ, ਉਹਨੇ ਆਪਣੇ ਜਾਮੇ ਦੀ ਜੇਬ ਦੇ ਵਿੱਚ ਹੱਥ ਪਾਇਆ ਹੈ। ਗਨ ਕਾਗਦ ਸੇ ਸਕਲ ਨਿਕਾਸੇ, ਉਹਦੇ ਵਿੱਚੋਂ ਬਹੁਤ ਸਾਰੇ ਕਾਗਜ਼ ਬਾਹਰ ਕੱਢ ਲਏ ਹਨ। ਸਭ ਲੈ ਕਰ ਸਤਗੁਰ ਨਿਜ ਪਾਸੇ, ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਿਥੀ ਚੰਦ ਦੇ ਹੱਥੋਂ ਕਾਗਜ਼ ਆਪਣੇ ਹੱਥਾਂ ਵਿੱਚ ਲੈ ਲਏ ਹਨ। ਪਤਰੀ ਦੋਨੋਂ ਤੁਰਤ ਨਿਕਾਰੀ, ਤੇ ਉਹਨਾਂ ਕਾਗਜ਼ਾਂ ਦੇ ਵਿੱਚੋਂ ਚੁਣ ਕੇ 2 ਚਿੱਠੀਆਂ ਮਹਾਰਾਜ ਨੇ ਕੱਢੀਆਂ ਹਨ। ਬਿਸਮਤ ਭੇ ਸਭ ਸਭਾ ਨਿਹਾਰੀ, ਉਹਨਾਂ ਚਿੱਠੀਆਂ ਨੂੰ ਵੇਖ ਕੇ ਸਾਰੀ ਸਭਾ ਬੜੀ ਹੈਰਾਨ ਹੋ ਗਈ ਹੈ। ਕਰ ਪਰ ਧਰ ਕਰ ਗੁਰੂ ਉਚਾਰੀ, ਉਹਨਾਂ ਚਿੱਠੀਆਂ ਨੂੰ ਆਪਣੇ ਕਰ ਕਮਲਾਂ ਵਿੱਚ ਰੱਖ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਿਆ ਗੁਰਮੁਖ ਇਹੋ ਕਰੋ ਵਿਚਾਰੀ। ਮਹਾਰਾਜ ਕਹਿਣ ਲੱਗੇ ਵੀ ਕੀ ਇਹ ਗੁਰਮੁਖਾਂ ਵਾਲਾ ਕੰਮ ਹੈ। ਵਿਅੰਗ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਬਾਰੰਬਾਰ ਝੂਠ ਬੋਲੀ ਜਾ ਰਿਹਾ ਹੈ, ਤੈਨੂੰ ਵਾਰ-ਵਾਰ ਅਸੀਂ ਪੁੱਛ ਰਹੇ ਹਾਂ ਤੇ ਤੂੰ ਆਖਦਾ ਵੀ ਮੇਰੇ ਕੋਲ ਤਾਂ ਚਿੱਠੀਆਂ ਹੈ ਕੋਈ ਨਹੀਂ। ਤੇ ਗੁਰਮੁਖਾਂ ਵਾਲਾ ਕੀ ਇਹ ਕੰਮ ਹੈ, ਚਿੱਠੀਆਂ ਤੇਰੇ ਹੀ ਜਾਮੇ ਵਿੱਚੋਂ ਨਿਕਲੀਆਂ ਹਨ। ਵੱਡੋ ਗਰੀਬ ਕਪਟ ਤੇ ਹੀਣਾ, ਮਹਾਰਾਜ ਕਹਿੰਦੇ ਬੜਾ ਵੱਡਾ ਗਰੀਬ ਹੈ,
ਕਪਟ ਤੋਂ ਖਾਲੀ ਹੈ। ਇਹ ਵਿਅੰਗਮਈ ਬੋਲ ਨੇ ਮਹਾਰਾਜ ਜੀ ਦੇ। ਕਹਿਣ ਲੱਗੇ ਵੀ ਬੜਾ ਵੱਡਾ ਗਰੀਬ ਹੈ, ਤੂੰ ਕਪਟ ਤੋਂ ਹੀਣਾ ਹੈ। ਨਹੀਂ ਕੁਟਿਲਤਾ ਦੀਰਘ ਮੀਣਾ। ਮਹਾਰਾਜ ਕਹਿੰਦੇ ਵੀ ਤੇਰੇ ਅੰਦਰ ਤਾਂ ਕੋਈ ਕੁਟਲਤਾ ਨਹੀਂ, ਏਡਾ ਵੱਡਾ ਤੂੰ ਮੀਣਾ ਹੈ। ਸਤਿਗੁਰੂ ਜੀ ਨੇ ਇਹ ਬਚਨ ਮੀਣਾ ਸ਼ਬਦ ਜਿਹੜਾ ਇਹਦੇ ਵਾਸਤੇ ਵਰਤਿਆ। ਰਾਜਸਥਾਨ ਦੇ ਵਿੱਚ ਉਸ ਸਮੇਂ ਵਿੱਚ ਕੁਝ ਅਜਿਹੇ ਲੋਕ ਹੁੰਦੇ ਸਨ, ਲੁੱਟਾਂ ਖੋਹਾਂ ਕਰਨ ਵਾਲੇ, ਜਿਨ੍ਹਾਂ ਨੂੰ ਮੀਣਾ ਸ਼ਬਦ ਕਹਿ ਕੇ ਪੁਕਾਰਿਆ ਜਾਂਦਾ ਸੀ। ਤੇ ਮਹਾਰਾਜ ਜੀ ਕਹਿੰਦੇ ਤੇਰੇ ਵਿੱਚ ਕੋਈ ਕੁਟਿਲਤਾ ਨਹੀਂ, ਏਡਾ ਵੱਡਾ ਤੂੰ ਮੀਣਾ ਹੈ। ਔਰ ਕਲੋ ਹਟ ਕੋ ਨਿਰਭਈਆ। ਤੂੰ ਅੰਤ ਤਾਈਂ ਆਪਣੇ ਹੱਠ ਨੂੰ ਨਿਭਾਇਆ ਹੈ। ਭਇਓ ਨਿਲਾਇਕ ਗੁਰਕੁਲ ਮਹੀਆ। ਗੁਰੂ ਨਾਨਕ ਸਾਹਿਬ ਦੀ ਕੁਲ ਦੇ ਵਿੱਚ ਤੂੰ ਏਡਾ ਭਾਰੀ ਵੱਡਾ ਨਲਾਇਕ ਪੈਦਾ ਹੋਇਆ ਹੈ। ਸੰਤਤ ਸਹਿਤ ਤੋਹੇ ਕੋ ਤਿਆਗਾ। ਅਸੀਂ ਤੇਰੀ ਸੰਤਾਨ ਦੇ ਸਹਿਤ ਤੇਰਾ ਤਿਆਗ ਕਰ ਦਿੱਤਾ ਹੈ। ਨਹੀਂ ਊਚ ਪਦ ਇਸ ਕੋ ਭਾਗਾ। ਮਹਾਰਾਜ ਜੀ ਕਹਿੰਦੇ ਤੇਰੇ ਭਾਗਾਂ ਦੇ ਵਿੱਚ ਉੱਚੀ ਪਦਵੀ ਦੀ ਦਾਤ ਨਹੀਂ ਹੈ। ਤੈਨੂੰ ਉੱਚੀ ਪਦਵੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਵਡਿਆਈ ਨਹੀਂ ਪ੍ਰਾਪਤ ਹੋ ਸਕਦੀ। ਲਿਓ ਅਚਲ ਅਪਜਸ ਜਗ ਮਾਈ। ਤੂੰ ਇਸ ਜਗਤ ਦੇ ਵਿੱਚ ਅਚਲ ਅਪਜਸ ਪ੍ਰਾਪਤ ਕਰੇਗਾ। ਅਚਲ ਦਾ ਭਾਵ ਨਾ ਮਿਟਣ ਵਾਲੀ ਤੇਰੀ ਨਿੰਦਿਆ ਹੋਵੇਗੀ। ਰਹਿੰਦੇ ਸੰਸਾਰ ਵਿੱਚ ਲੋਕ ਤੇਰੀ ਬਦਨਾਮੀ ਕਰਨਗੇ, ਤੇਰੀ ਨਿੰਦਿਆ ਕਰਨਗੇ। ਕਿਆ ਇਨਕੀਨ ਮਿਟਿਓ ਪੁਨ ਨਾਈ। ਮਹਾਰਾਜ ਜੀ ਕਹਿੰਦੇ ਜੋ ਕੁਝ ਤੂੰ ਕੀਤਾ ਹੈ ਨਾ, ਉਹ ਕਦੇ ਹੁਣ ਮਿਟਣਾ ਨਹੀਂ। ਉਹ ਕਲੰਕ ਤੇਰੇ ਮੱਥੇ ਦੇ ਉੱਪਰ ਲੱਗ ਗਿਆ, ਉਹਨੂੰ ਕੋਈ ਧੋ ਨਹੀਂ ਸਕਦਾ। ਇਸ ਕੀ ਸੰਤਤ ਉਪਜੈ ਜੋਏ। ਗੁਰਦੇਵ ਕਹਿੰਦੇ ਪ੍ਰਿਥੀ ਚੰਦ ਦੇ ਘਰ ਦੇ ਵਿੱਚ ਇਹਦੀ ਜਿਹੜੀ ਸੰਤਾਨ ਪੈਦਾ ਹੋਵੇਗੀ, ਗੁਰ ਸਿੱਖਨ ਕੇ ਸਿੱਖ ਸੋਏ। ਅਗੋਂ ਮੇਰੇ ਸਿੱਖਾਂ ਦੇ ਜਾ ਕੇ ਸਿੱਖ ਬਣਨਗੇ। ਤੋ ਸੰਗਤ ਕੋ ਮੇਲ ਬਨੇ ਹੈ। ਫਿਰ ਕਿਤੇ ਜਾ ਕਰਕੇ ਤੇਰੀ ਸੰਗਤ ਦਾ ਮੇਲ ਬਣੇਗਾ। ਨਾ ਤੁਰ ਵੈਰ ਮੁਖੀ ਏਉ ਰਹਿ। ਤੇ ਨਹੀਂ ਤਾਂ ਤੂੰ ਫਿਰ ਬਾਹਰ ਮੁਖੀ ਰਹੇਗਾ। ਤੈਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਥਾਂ ਜਗ੍ਹਾ ਪ੍ਰਾਪਤ ਨਹੀਂ ਹੋਵੇਗੀ। ਸੰਗਤ ਨੇ ਵੀ ਤਿਆਗ ਕੀਤਾ ਪ੍ਰਿਥੀ ਚੰਦ ਦਾ, ਤੇ ਸੰਗਤ ਨੇ ਪ੍ਰਿਥੀ ਚੰਦ ਦੀ ਸੰਤਾਨ ਦਾ ਵੀ ਤਿਆਗ ਕੀਤਾ। ਬਾਅਦ ਵਿੱਚ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਮਾਲਵੇ ਦੀ ਧਰਤੀ ਤੇ ਗਏ ਸਨ, ਫਿਰ ਉੱਥੇ ਇਹਨਾਂ ਦੀ ਸੰਤਾਨ ਨੇ ਜਾ ਕੇ ਅੱਗੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮੁਆਫੀ ਵੀ ਮੰਗੀ। ਉਹਨਾਂ ਨੇ ਬੇਨਤੀ ਵੀ ਕੀਤੀ ਮਹਾਰਾਜ ਜੀ ਦੇ ਚਰਨਾਂ ਵਿੱਚ, ਪਰ ਜੋ ਪ੍ਰਿਥੀ ਚੰਦ ਨੇ ਕੀਤਾ, ਉਹਦਾ ਕੀਤਾ ਹੋਇਆ ਨਾ ਕਦੇ ਮਿਟ ਸਕਦਾ, ਨਾ ਉਹਨੂੰ ਕੋਈ ਮਿਟਾ ਸਕਦਾ। ਰਹਿੰਦੀ ਦੁਨੀਆ ਤੱਕ ਉਹਦਾ ਆਪਜਸ ਇਸੇ ਤਰ੍ਹਾਂ ਹੀ ਹੋਣਾ ਹੈ। ਕਿਉਂਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲੇਗੀ ਨਾ, ਜਿਹੜਾ ਸ਼ਬਦ ਮੇਰੇ ਪਾਤਸ਼ਾਹ ਨੇ ਉਚਾਰਨ ਕੀਤਾ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਓ ਝਗਰਤ ਪਾਪ। ਤੇ ਗੱਲ ਪ੍ਰਿਥੀ ਚੰਦ ਦੀ ਚੱਲੇਗੀ। ਜਿਹੜਾ ਪ੍ਰਿਥੀ ਚੰਦ ਆਪਣੇ ਪਿਤਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨਾਲ ਝਗੜਦਾ ਸੀ, ਉਹਦੇ ਝਗੜੇ ਤੋਂ ਹੀ ਮਹਾਰਾਜ ਨੇ ਪਾਵਨ ਸ਼ਬਦ ਉਚਾਰਨ ਕੀਤਾ। ਤੇ ਜਦੋਂ ਇਸ ਸ਼ਬਦ ਦੀ ਵਿਚਾਰ ਚੱਲਣੀ ਹੈ ਤੇ ਨਾਲ ਫਿਰ ਗੱਲ ਪ੍ਰਿਥੀ ਚੰਦ ਦੀ ਜ਼ਰੂਰ ਚੱਲਣੀ ਹੈ। ਮਹਾਰਾਜ ਕਹਿੰਦੇ ਇਹੋ ਜਿਹਾ ਕਲੰਕ ਤੂੰ ਖੱਟ ਲਿਆ ਹੈ, ਇਹੋ ਜਿਹਾ ਅਪਰਾਧ ਤੂੰ ਕੀਤਾ ਹੈ, ਰਹਿੰਦੀ ਦੁਨੀਆ ਤੱਕ ਤੇਰਾ ਸੰਸਾਰ ਵਿੱਚ ਅਪਜਸ ਹੁੰਦਾ ਰਹੇਗਾ, ਤੂੰ ਭਾਰੀ ਦੁੱਖਾਂ ਦੀ ਪ੍ਰਾਪਤੀ ਕਰੇਗਾ। ਪਰ ਐਸਾ ਹੀ ਹੋਇਆ ਸੀ ਪ੍ਰਿਥੀ ਚੰਦ ਦੇ ਨਾਲ। ਨਾ ਗੁਰਤਾ ਗੱਦੀ ਵਡਿਆਈ ਇਹਦੇ ਭਾਗਾਂ ਵਿੱਚ ਆਈ, ਤੇ ਨਾ ਇਹਦੇ ਪੁੱਤਰਾਂ ਦੇ ਭਾਗਾਂ ਦੇ ਵਿੱਚ ਆਈ। ਤੇ ਗੁਰਮੁਖੋ ਅਸੀਂ ਵੀ ਇਹ ਸਿੱਖਿਆ ਮਹਾਰਾਜ ਦੇ ਚਰਨਾਂ ਚੋਂ ਪ੍ਰਾਪਤ ਕਰਨੀ ਹੈ। ਜਦੋਂ ਅਸੀਂ ਵੀ ਮਹਾਰਾਜ ਦੇ ਬਚਨਾਂ ਤੋਂ ਮੁਨਕਰ ਹੁੰਨੇ ਆ, ਚਲੋ ਆਪਾਂ ਗੱਲ ਬਾਬੇ ਪ੍ਰਿਥੀ ਚੰਦ ਦੀ ਕਰਦੇ ਆ, ਅਸੀਂ ਆਪਣੇ ਜੀਵਨ ਅੰਦਰ ਵੀ ਝਾਤ ਮਾਰ ਕੇ ਵੇਖਣੀ ਹੈ ਕਿ ਅਸੀਂ ਮਹਾਰਾਜ ਦੇ ਬਚਨਾਂ ਤੇ ਕਿੰਨਾ ਕੁ ਖਰਾ ਉਤਰਦੇ ਆ। ਜਦੋਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਗੱਲ ਚੱਲਦੀ ਆ ਨਾ ਜੀ, ਅਕਸਰ ਸਭ ਤੋਂ ਪਹਿਲਾਂ ਇਹੀ ਬਲੇਮ ਅਸੀਂ ਲਾਉਂਦੇ ਆ ਜੀ, ਉਹਨਾਂ ਨੇ ਬਚਨ ਨਹੀਂ ਮੰਨਿਆ। ਚਲੋ ਤਾਂ ਮਹਾਰਾਜ ਦੀ ਖੇਡ ਸੀ, ਜਿਹੜੀ ਗੁਰਤਾ ਗੱਦੀ ਸੀ ਮਹਾਰਾਜ ਨੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਬਖਸ਼ਿਸ਼ ਕਰਨੀ ਸੀ, ਕਿਉਂਕਿ ਧੁਰ ਦਰਗਾਹੋਂ ਬਖਸ਼ਿਸ਼ਾਂ ਲੈ ਕੇ ਆਏ। ਉਹ ਸਾਰੀ ਖੇਡ ਮਹਾਰਾਜ ਦੀ ਆਪਣੀ ਸੀ। ਉੱਥੇ ਹੋਰ ਵੀ ਬੜੇ ਸਿੱਖਾਂ ਦੀ ਪਰਖ ਹੋਈ। ਪਰ ਗੁਰਮੁਖੋ ਜਦੋਂ ਵੀ ਇਹ ਬਚਨ ਕਹਿਣਾ ਹੈ ਨਾ ਵੀ ਬਾਬਾ ਸ਼੍ਰੀ ਚੰਦ ਜੀ ਨੇ ਬਚਨ ਨਹੀਂ ਮੰਨਿਆ, ਬਸ ਆਪਣੇ ਅੰਦਰ ਝਾਤੀ ਮਾਰ ਲੈਣੀ ਆ ਵੀ ਅਸੀਂ ਕਿੰਨੇ ਕੁ ਬਚਨ ਗੁਰੂ ਸਾਹਿਬ ਦੇ ਮੰਨਦੇ ਆ। ਆਪਣਾ ਹਿਰਦਾ ਨਾ ਤੋਲਣਾ ਹੈ। ਇੱਕ ਮਨ ਦਾ ਪਲੜਾ ਤੇ ਇੱਕ ਬੁੱਧੀ ਦਾ ਪਲੜਾ। ਇੱਕ ਪਲੜੇ ਦੇ ਵਿੱਚ ਵਿਚਾਰ ਦਾ ਵੱਟਾ ਰੱਖਣਾ ਤੇ ਦੂਜੇ ਪਲੜੇ ਤੇ ਅਸੀਂ ਆਪਣਾ ਜੀਵਨ ਰੱਖਣਾ।
ਤੇ ਤੋਲਣਾ ਹੈ ਕਿ ਅੱਜ ਤਾਈਂ ਅਸੀਂ ਗੁਰੂ ਨਾਨਕ ਸਾਹਿਬ ਦੇ ਕਿੰਨੇ ਕੁ ਬਚਨ ਜੀਵਨ ਵਿੱਚ ਕਮਾਏ ਨੇ। ਫਿਰ ਕਿਤੇ ਸੋਚਿਓ, ਫਿਰ ਕਿਤੇ ਵਿਚਾਰਿਓ ਵੀ ਬਾਬਾ ਪ੍ਰਿਥੀ ਚੰਦ ਜਾਂ ਬਾਬੇ ਸ਼੍ਰੀ ਚੰਦ ਨੇ ਕਿੰਨੇ ਕੁ ਬਚਨ ਮਹਾਰਾਜ ਦੇ ਮੰਨੇ ਤੇ ਕਿੰਨੇ ਕੁ ਨਹੀਂ ਮੰਨੇ। ਕਿਉਂਕਿ ਪਹਿਲਾਂ ਤਾਂ ਸਾਨੂੰ ਆਪਣੀ ਗਠੜੀ ਖੋਲਣੀ ਪਏਗੀ ਨਾ ਵੀ ਸਾਡੀ ਗਠੜੀ ਦੇ ਵਿੱਚ ਕੀ ਹੈ। ਹਰ ਇਹੀ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ ਵਿੱਚ, ਸਤਿਗੁਰੂ ਆਪ ਜੀ ਨੇ ਰਹਿਮਤ ਕਰਨੀ ਹੈ, ਸਾਨੂੰ ਬਲ ਬਖਸ਼ਣਾ, ਉਦਮ ਬਖਸ਼ਣਾ, ਅਸੀਂ ਆਪ ਜੀ ਦੇ ਬਚਨ ਆਪਣੇ ਜੀਵਨ ਕਾਲ ਦੇ ਵਿੱਚ ਕਮਾ ਸਕੀਏ, ਤੁਹਾਡੀ ਪਵਿੱਤਰ ਬਾਣੀ ਨੂੰ ਅਮਲ ਵਿੱਚ ਲਿਆ ਸਕੀਏ। ਉਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਨਗੇ। ਇਹ ਕਥਾ ਆਪ ਜੀ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰੋਗੇ। ਸਮੇਂ ਦੀ ਸੰਪੂਰਨਤਾ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸੁਰ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਕੱਲ 11 ਤਰੀਕ ਨੂੰ ਦਿਨ ਐਤਵਾਰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਨਗਰ ਕੀਰਤਨ 8 ਵਜੇ ਆਰੰਭ ਹੋਣਗੇ ਔਰ ਗੁਰਦੁਆਰਾ ਜੋਤੀ ਸਰੂਪ ਸਾਹਿਬ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਸਮੂਹ ਸੰਗਤ ਜਿਹੜੀ ਹੈ ਉਹ ਵੀ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਵੇਗੀ। ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਆਪ ਜੀ ਸਮੂਹ ਸੰਗਤਾਂ ਨੂੰ ਬੇਨਤੀ ਹੈ, ਇਸ ਪਾਵਨ ਪਵਿੱਤਰ ਨਗਰ ਕੀਰਤਨ ਵਿੱਚ ਆਪ ਜੀ ਨੇ ਹਾਜ਼ਰੀਆਂ ਭਰ ਕੇ ਜੀਵਨ ਸਫਲਾ ਬਣਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।